ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਆਪਾਂ ਲਗਾਤਾਰ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਲਗਾਤਾਰ ਸ਼ੋਜ਼ ਆਪਾਂ ਆਸਟ੍ਰੇਲੀਆ ਬਾਰੇ ਬਹੁਤ ਚਰਚਾ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਸਵਾਲ ਲਗਾਤਾਰ ਸਟੂਡੈਂਟਸ ਦੇ ਆ ਰਹੇ ਨੇ ਕਿਉਂਕਿ ਇੰਨੀ ਵਧੀਆ ਆਫਰਸ ਹੁਣ ਆਸਟ੍ਰੇਲੀਆ ਦੇ ਰਿਹਾ। ਸੋ ਡਿਟੇਲ ਵਿੱਚ ਆਪਾਂ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਬਾਰੇ ਗੱਲ ਕਰਨੀ ਹੈ ਤੇ ਨਾਲ ਦੀ ਨਾਲ ਇੱਕ ਖਾਸ ਡੈਨਮਾਰਕ ਦੇ ਇੱਕ ਪ੍ਰੋਗਰਾਮ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਤੇ ਅੱਜ ਦੀ ਚਰਚਾ ਲਈ ਅਸੀਂ ਆਪਣੇ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਪਨੀ ਤੋਂ ਵੀਜ਼ਾ एक्सपर्ट छवि शर्मा जी ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਕੰਪਨੀ ਜੋ ਹੈ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ। ਸੋ ਤੁਸੀਂ ਇਹਨਾਂ ਤੋਂ ਕਦੇ ਵੀ ਜੋ ਹੈ ਸਲਾਹ ਲੈ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਸਾਕਾਰ ਜ਼ਰੂਰ ਕਰ ਸਕਦੇ ਹੋ। ਸੈਕਟਰ 70 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ, ਵਿਜ਼ਿਟ ਵੀ ਕਰ ਸਕਦੇ ਹੋ। ਆਸਟ੍ਰੇਲੀਆ ਬਾਰੇ ਬਹੁਤ ਅੱਛੀ ਜੋ ਗੁੱਡ ਨਿਊਜ਼ ਆਈਆਂ ਨੇ ਤੇ ਸਟੂਡੈਂਟਸ ਇਸ ਦਾ ਫਾਇਦਾ ਵੀ ਲੈਣਾ ਚਾਹ ਰਹੇ ਨੇ। ਸਟਾਰਟਿੰਗ ਵਿੱਚ ਗੱਲ ਕਰਨਾ ਚਾਹੂੰਗੀ ਕਿ ਫਾਇਦਾ ਤਾਂ ਲੈਣਾ ਸਭ ਨੇ ਕਿ ਅਸੀਂ ਅਪਲਾਈ ਕਰੀਏ ਉੱਥੇ ਸਾਡਾ ਸਟੱਡੀ ਵੀਜ਼ਾ ਲੱਗ ਜਾਏ, ਪਰ ਨਾਲ ਕਿਹੜੀ ਚੀਜ਼ਾਂ ਦਾ ਧਿਆਨ ਵੀ ਰੱਖਣ ਕਿਉਂਕਿ ਰਿਫਿਊਜ਼ਲ ਵੀ ਨਹੀਂ ਆਉਣਾ ਚਾਹੀਦਾ। ਜੀ ਬਿਲਕੁਲ। ਦੇਖੋ ਅੱਜ ਅਸੀਂ ਸ਼ੋਅ ਦੇ ਵਿੱਚ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਬਾਰੇ ਗੱਲ ਕਰਾਂਗੇ ਕਿਉਂਕਿ ਆਸਟ੍ਰੇਲੀਆ ਇਸ ਟਾਈਮ ਕਾਫੀ ਹੌਟ ਡੈਸਟੀਨੇਸ਼ਨ ਬਣਿਆ ਹੋਇਆ ਹੈ ਖਾਸ ਕਰਕੇ ਇੰਡੀਅਨ ਸਟੂਡੈਂਟਸ ਦੇ ਲਈ। ਰੀਜ਼ਨ ਇਹ ਹੈ ਕਿ ਕੈਨੇਡਾ ਨੇ ਇਸ ਟਾਈਮ ਬਹੁਤ ਜ਼ਿਆਦਾ ਸਟੂਡੈਂਟ ਵੀਜ਼ਾਸ ਦੀ ਐਪਲੀਕੇਸ਼ਨਸ ਨੂੰ ਰਿਫਿਊਜ਼ ਕੀਤਾ ਹੈ ਔਰ ਹੁਣ ਜਿੰਨੇ ਵੀ ਰਿਫਿਊਜ਼ ਕੇਸ ਨੇ ਕਿਤੇ ਨਾ ਕਿਤੇ ਆਸਟ੍ਰੇਲੀਆ ਵੱਲ ਮੋਲਡ ਹੋ ਰਹੇ ਨੇ ਕਿਉਂਕਿ ਉਹ ਆਪਣਾ ਟਾਈਮ ਹੈ ਜਿਹੜਾ ਵੇਸਟ ਨਹੀਂ ਕਰਨਾ ਚਾਹੁੰਦੇ। ਆਲਰੇਡੀ ਡਿਊ ਟੂ ਕੋਵਿਡ ਸਟੂਡੈਂਟਸ ਦਾ ਟਾਈਮ ਜਿਹੜਾ ਹੈ ਉਹ ਕਾਫੀ ਹੱਦ ਤੱਕ ਵੇਸਟ ਹੋ ਚੁੱਕਿਆ ਹੈ। ਲੇਕਿਨ ਹੁਣ ਜਿਹੜੇ ਸਟੂਡੈਂਟਸ ਕੈਨੇਡਾ ਤੋਂ ਰਿਫਿਊਜ਼ ਹੋਏ ਨੇ 5.5 ਬੈਂਡ ਵਾਲੇ ਜਾਂ ਓਵਰਆਲ 6 ਬੈਂਡ ਐਂਡ ਨਾਟ ਲੈਸ ਦੈਨ 5 ਔਰ 5.5 ਬੈਂਡਸ ਵਾਲੇ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਹੁਣ ਆਸਟ੍ਰੇਲੀਆ ਅਪਲਾਈ ਕਰ ਰਹੇ ਨੇ। ਐਂਡ ਗੁੱਡ ਨਿਊਜ਼ ਇਹ ਹੈ ਕਿ ਆਸਟ੍ਰੇਲੀਆ ਹੁਣ ਕਾਫੀ ਅੱਛੇ ਰਿਜ਼ਲਟਸ ਹੈ ਜਿਹੜੇ ਉਹ ਦੇ ਰਿਹਾ ਹੈ। ਸੋ ਅੱਜ ਇਸ ਸ਼ੋਅ ਦੇ ਵਿੱਚ ਅਸੀਂ 1 ਬਾਏ 1 ਹਰ ਪ੍ਰੋਫਾਈਲ ਬਾਰੇ ਡਿਸਕਸ ਕਰਾਂਗੇ ਕਿ ਕਿਸ ਤਰੀਕੇ ਦੇ ਪ੍ਰੋਫਾਈਲ ਦੇ ਕਿੰਨੇ ਕੁ % ਚਾਂਸਸ ਹੈਗੇ ਨੇ, ਕਿਹੜੇ ਲੈਵਲ A ਕੈਟਾਗਰੀ ਦੇ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੂੰ 100% ਸਕਸੈਸ ਰੇਟ ਹੈ ਜਿਹੜਾ ਵੀਜ਼ਾ ਦਾ ਉਹ ਮਿਲੇਗਾ। ਜੀ ਕਿਉਂਕਿ ਆਸਟ੍ਰੇਲੀਆ ਇਸ ਟਾਈਮ ਕਾਫੀ ਅੱਛੇ ਰਿਜ਼ਲਟਸ ਦੇ ਰਿਹਾ ਹੈ। ਦੋਨੋਂ ਤਰੀਕੇ ਨਾਲ ਅਸੀਂ ਡੀਲ ਕਰਦੇ ਹਾਂ ਕਿ ਫੀਸ ਤੁਸੀਂ ਪਹਿਲਾਂ ਪੇ ਕਰਨੀ ਹੈ ਜਾਂ ਬਾਅਦ ਚੋਂ ਪੇ ਕਰਨੀ ਹੈ, ਪੈਸੇ ਪਹਿਲਾਂ ਦੇਣੇ ਆ ਜਾਂ ਬਾਅਦ ਚੋਂ ਦੇਣੇ ਆ। ਹਰ ਤਰੀਕੇ ਦੇ ਆਪਸ਼ਨਸ ਜਿਹੜੇ ਨੇ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਕੋਲ ਹੈਗੇ ਨੇ। ਲੱਗੇ ਵੀਜ਼ੇ ਤੁਸੀਂ ਆਫਿਸ ਆ ਕੇ ਵੀ ਦੇਖ ਸਕਦੇ ਹੋ। ਇਹਨਾਂ ਸ਼ੋਜ਼ ਦੇ ਵਿੱਚ ਵੀ ਅਸੀਂ ਕੁਝ ਸਟੂਡੈਂਟਸ ਦੇ ਨਾਲ ਤੁਹਾਨੂੰ ਮਿਲਵਾਵਾਂਗੇ ਜਿਨ੍ਹਾਂ ਨੇ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਵਿੱਚ ਆ ਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਸੋ ਆਸਟ੍ਰੇਲੀਆ ਇਸ ਟਾਈਮ ਕਾਫੀ ਓਪਨ ਹੈ ਔਰ ਕਾਫੀ ਹੱਦ ਤੱਕ ਕਾਫੀ ਜ਼ਿਆਦਾ ਪੋਜ਼ਿਟਿਵ ਰਿਜ਼ਲਟਸ ਜਿਹੜੇ ਨੇ ਉਹ ਸਟੂਡੈਂਟਸ ਨੂੰ ਹੁਣ ਮਿਲ ਰਹੇ ਨੇ ਔਰ ਬਹੁਤ ਸਾਰੇ ਸਟੂਡੈਂਟਸ ਹੁਣ ਆਸਟ੍ਰੇਲੀਆ ਵੱਲ ਮੋਲਡ ਹੋ ਰਹੇ ਨੇ, ਅਪਲਾਈ ਵੀ ਕਰ ਰਹੇ ਨੇ। ਐਂਡ ਮੋਰ ਓਵਰ ਸਟੂਡੈਂਟਸ ਕੁਝ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਪਹਿਲਾਂ ਹੀ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ। ਆਸਟ੍ਰੇਲੀਆ ਉਹਨਾਂ ਦੀ ਫਰਸਟ ਪ੍ਰੈਫਰੈਂਸ ਰਹਿੰਦੀ ਹੈ ਡਿਊ ਟੂ ਮੈਨੀ ਰੀਜ਼ਨਸ। ਸਭ ਤੋਂ ਪਹਿਲਾ ਰੀਜ਼ਨ ਤੇ ਜਿਹੜੇ ਉੱਥੇ ਵੇਜ ਰੇਟ ਹੈਗਾ ਸਭ ਤੋਂ ਜ਼ਿਆਦਾ ਹੈ। ਉੱਥੋਂ ਦਾ ਵੈਦਰ ਜਿਹੜਾ ਹੈਗਾ ਆ ਬਹੁਤ ਅੱਛਾ, ਲਾਈਕ ਇੰਡੀਆ ਦੇ ਤਰ੍ਹਾਂ ਦੇ ਨਾਲ ਦਾ ਹੀ ਵੈਦਰ ਹੈਗਾ ਆ। ਸੋ ਕਾਫੀ ਰਿਲੇਟਿਵਸ ਵੀ ਹੈਗੇ, ਕਾਫੀ ਸਟੂਡੈਂਟਸ ਵੀ ਹੈਗੇ ਨੇ। ਕੈਨੇਡਾ ਹੁਣ ਬਹੁਤ ਜ਼ਿਆਦਾ ਕਰਾਊਡਡ ਵੀ ਹੋ ਚੁੱਕਾ ਐਜ਼ ਵੀ ਆਲ ਨੋ। ਕਾਫੀ ਜ਼ਿਆਦਾ ਐਪਲੀਕੇਸ਼ਨਸ ਹਜੇ ਵੀ PR ਦੀਆਂ ਉੱਥੇ ਪੈਂਡਿੰਗ ਹੈਗੀਆਂ ਨੇ। ਸੋ ਇਹ ਕਾਫੀ ਇੱਦਾਂ ਦੇ ਰੀਜ਼ਨਸ ਹੈਗੇ ਨੇ ਜਿਹੜੇ ਸਟੂਡੈਂਟਸ ਆਸਟ੍ਰੇਲੀਆ ਅਪਲਾਈ ਕਰ ਰਹੇ ਨੇ ਔਰ ਉਹਨਾਂ ਨੂੰ ਰਿਜ਼ਲਟਸ ਵੀ ਮਿਲ ਰਹੇ ਨੇ। ਸੋ ਜੇ ਤੁਹਾਡੇ ਕੋਲ ਕੋਈ ਵੀ ਡਾਊਟ ਹੈਗਾ ਆਸਟ੍ਰੇਲੀਆ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਆਫਿਸ ਦੇ ਵਿੱਚ ਆ ਸਕਦੇ ਹੋ। 9592510501 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਹੋਰ ਜਿਹੜੀ ਇਨਫੋਰਮੇਸ਼ਨ ਤੁਸੀਂ ਆਪਣੇ ਕੇਸ ਬਾਰੇ ਲੈਣਾ ਚਾਹੁੰਦੇ ਹੋ ਤੁਸੀਂ ਉਹ ਲੈ ਸਕਦੇ ਹੋ। ਜੀ 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 ਬਿਲਕੁਲ। ਤੇ ਅਸੀਂ ਬਾਰ-ਬਾਰ ਤੁਹਾਨੂੰ ਵੀ ਇਸ ਸ਼ੋਅ ਦੇ ਜ਼ਰੀਏ ਦੱਸਦੇ ਹਾਂ ਕਿ ਆਸਟ੍ਰੇਲੀਆ ਨੇ ਆਫਰਸ ਭਾਵੇਂ ਦਿੱਤੀ ਹੈ ਪਰ ਜੋ ਹੈ ਕੁਆਲਿਟੀ ਦੇ ਨਾਲ ਆਪਣੀ ਕੰਪਰੋਮਾਈਜ਼ ਬਿਲਕੁਲ ਨਹੀਂ ਕਰਦਾ ਆਸਟ੍ਰੇਲੀਆ। ਇਸ ਲਈ ਜੋ ਆਪਣੀ ਫਾਈਲਿੰਗ ਦੇ ਉੱਪਰ ਪ੍ਰੋਪਰ ਸਹੀ ਤਰੀਕੇ ਨਾਲ ਕੰਮ ਜ਼ਰੂਰ ਤੁਹਾਨੂੰ ਕਰਨਾ ਚਾਹੀਦਾ। ਇੱਥੇ ਮੈਂ ਇਹ ਜਾਣਨਾ ਚਾਹੂੰਗੀ ਕਿ ਦੋ ਚੀਜ਼ਾਂ ਆਪਾਂ ਦੇਖੀਏ ਕਿ ਇੱਕ ਤਾਂ ਆਸਟ੍ਰੇਲੀਆ ਵੈਲਕਮ ਕਰ ਰਿਹਾ, ਐਮਬੈਸੀ ਫੀਸ ਜੋ ਹੈ ਵੇਵ ਆਫ ਕਰ ਦਿੱਤੀ ਗਈ ਹੈ, ਵਰਕਿੰਗ ਆਵਰਸ ਵਧਾ ਦਿੱਤੇ ਗਏ ਨੇ ਬਹੁਤ ਜ਼ਿਆਦਾ। ਤਾਂ ਇਸ ਨੂੰ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਵੀ ਸਮਝਣਾ ਚਾਹੀਦਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਆਪਾਂ ਲਗਾ ਦਈਏ ਕਿਉਂਕਿ ਇਹ ਵੀ ਦੇਖਿਆ ਜਾਂਦਾ ਹੈ ਕਿ ਜੇਕਰ ਆਸਟ੍ਰੇਲੀਆ 'ਚ ਇੱਕ ਵਾਰੀ ਰਿਫਿਊਜ਼ਲ ਆ ਜਾਏ ਤਾਂ ਦੁਬਾਰਾ ਰੀਅਪਲਾਈ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ। ਬਿਲਕੁਲ। ਦੇਖੋ ਇੱਦਾਂ ਕੁਝ ਨਹੀਂ ਹੈਗਾ ਆ। ਆਸਟ੍ਰੇਲੀਆ ਸਿਰਫ ਇੱਕ ਕੰਡੀਸ਼ਨ ਤੇ ਹੀ ਦੁਬਾਰਾ ਰੀਅਪਲਾਈ ਕਰਕੇ ਵੀਜ਼ਾ ਦਿੰਦਾ ਹੈ ਜਦੋਂ ਤੁਹਾਡੀ ਡਾਕੂਮੈਂਟੇਸ਼ਨ ਤੇ ਕੁਝ ਇੰਪਰੂਵਮੈਂਟ ਹੈਗੀ ਹੈ, ਤੁਸੀਂ ਕੁਝ ਡਾਕੂਮੈਂਟੇਸ਼ਨਸ ਦੇ ਵਿੱਚ ਅਪਗ੍ਰੇਡੇਸ਼ਨ ਕੀਤੀ ਹੋਈ ਹੈ। ਫੋਰ ਐਗਜ਼ਾਮਪਲ ਜੇ ਤੁਸੀਂ +2 ਪਾਸ ਆਊਟ ਹੋ, ਤੁਸੀਂ ਆਸਟ੍ਰੇਲੀਆ
ਅਪਲਾਈ ਕੀਤਾ, ਰਿਫਿਊਜ਼ ਕੇਸ ਹੋ ਗਿਆ, ਜਾਂ ਸੇਮ ਆਇਲਸ ਦਾ ਬੈਂਡ ਸੀ 5.5 ਬੈਂਡ ਤੇ ਰਿਫਿਊਜ਼ ਕੇਸ ਹੋ ਗਿਆ, ਲੇਕਿਨ ਸੇਮ ਡਾਕੂਮੈਂਟਸ ਜੋ ਤੁਸੀਂ ਦੁਬਾਰਾ ਅਪਲਾਈ ਕਰ ਦਿੰਦੇ ਹੋ ਤਾਂ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਨੇ। ਲੇਕਿਨ ਜੇ ਤੁਸੀਂ ਆਪਣੀ ਆਇਲਸ ਨੂੰ ਅਪਗ੍ਰੇਡ ਕੀਤਾ ਹੈ 5.5 ਬੈਂਡ ਤੋਂ ਬੈਟਰ ਹੁਣ ਤੁਸੀਂ 6 ਬੈਂਡ ਲੈ ਲੈਣੇ ਤਾਂ ਤੁਸੀਂ ਆਪਣੀ ਫਾਈਲ ਨੂੰ ਅਪਲਾਈ ਕਰ ਰਹੇ ਹੋ ਤੇ ਕਾਫੀ ਅੱਛਾ ਸਕਸੈਸ ਰੇਟ ਜਿਹੜਾ ਹੈ ਆਸਟ੍ਰੇਲੀਆ ਤੁਹਾਨੂੰ ਦੇ ਰਿਹਾ ਹੈ। ਇਸ ਤੋਂ ਇਲਾਵਾ ਜੇ ਤੁਸੀਂ +2 ਦੇ ਵਿੱਚ ਅਪਲਾਈ ਕੀਤਾ ਸੀਗਾ ਲੇਕਿਨ ਹੁਣ ਤੁਸੀਂ ਡਿਗਰੀ ਕਰ ਲਈ ਹੈ, ਡਿਗਰੀ ਕਰਨ ਤੋਂ ਬਾਅਦ ਹੁਣ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਜਿਹੜੇ ਚਾਂਸਸ ਹੈਗੇ ਨੇ ਉਹ 90 to 95% ਤੱਕ ਵੱਧ ਜਾਂਦੇ ਨੇ। ਸੋ ਇਹ ਚੀਜ਼ਾਂ ਕੁਝ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਕਿਸੇ ਵੀ ਇਦਾਂ ਏਜੰਟ ਤੋਂ ਬੇਵਕੂਫ ਬਣਨ ਦੀ ਜ਼ਰੂਰਤ ਨਹੀਂ ਹੈ ਕਿ ਸੇਮ ਡਾਕੂਮੈਂਟਸ ਹੈ ਤੁਸੀਂ ਦੁਬਾਰਾ ਅਪਲਾਈ ਕਰਾ ਲਓ ਤੇ ਵੀਜ਼ਾ ਆ ਜਾਏਗਾ, ਇਦਾਂ ਕੁਝ ਨਹੀਂ ਹੈ। until unless you don't upgrade your documents, either financials documents or education documents, ਤੇ ਉਸ ਤੋਂ ਬਾਅਦ ਹੀ ਜਿਹੜਾ ਹੈ then you'll get the good results for by the Australian embassy। ਸੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਤੁਸੀਂ ਕੰਸੀਡਰ ਕਰਕੇ ਚਲੋ ਜੇ ਤੁਸੀਂ ਰੀਅਪਲਾਈ ਕਰਵਾਉਣਾ ਹੈ ਖਾਸ ਕਰਕੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਵਾਸਤੇ। ਜੀ ਬਿਲਕੁਲ। ਇੱਕ ਸਵਾਲ ਨਾ ਸਟੂਡੈਂਟਸ ਵਿੱਚ ਅਕਸਰ ਰਹਿੰਦਾ ਹੈ ਕਿ ਚਲੋ ਸਟੱਡੀ ਵੀਜ਼ਾ ਤੇ ਤਾਂ ਆਪਾਂ ਚਲੇ ਗਏ ਪਰ ਬਾਅਦ ਵਿੱਚ ਜੋ ਹੈ PR ਨੂੰ ਲੈ ਕੇ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਤਾਂ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਪ੍ਰੋਫਾਈਲ ਵਾਈਜ਼ ਥੋੜਾ ਸਟੂਡੈਂਟਸ ਨੂੰ ਗਾਈਡ ਕਰੀਏ ਕਿ ਦੱਸੀਏ ਕਿ ਕਿਹੜੀ ਚੀਜ਼ਾਂ ਆਪਾਂ ਸਟਾਰਟਿੰਗ ਵਿੱਚ ਧਿਆਨ ਦੇ ਕੇ ਚੱਲੀਏ ਤਾਂ ਕਿ ਬਾਅਦ ਵਿੱਚ ਉਹਨਾਂ ਨੂੰ PR ਲਈ ਪ੍ਰੋਬਲਮ ਨਾ ਆਵੇ। ਦੇਖੋ ਹਰਜੋਤ ਮੈਮ ਜੇ ਅਸੀਂ PR ਦੀ ਗੱਲ ਕਰਦੇ ਹਾਂ ਤੇ ਉਹ 2006-7 ਦਾ ਟਾਈਮ ਸੀ ਜਦੋਂ ਹਰ ਤਰੀਕੇ ਦੇ ਕੋਰਸਿਸ ਦੇ ਵਿੱਚ ਸਟੂਡੈਂਟਸ ਜਾ ਰਹੇ ਸੀਗੇ। ਉੱਥੇ ਜਾ ਕੇ ਉਹਨਾਂ ਨੇ ਆਪਣੀ ਕਲਾਸਿਸ ਅਟੈਂਡ ਨਹੀਂ ਕੀਤੀਆਂ ਜਾਂ ਕੰਮ ਹੀ ਕਰਦੇ ਰਹੇ ਜਾਂ ਮੁੜ ਕੇ ਜਦੋਂ PR ਵਾਸਤੇ ਉਹਨਾਂ ਨੂੰ ਆਇਲਸ ਦਾ ਸਕੋਰ ਚਾਹੀਦਾ ਸੀ ਉਹ ਆਇਲਸ ਨਹੀਂ ਕਰ ਪਾਏ ਤੇ ਇਦਾਂ ਦੇ ਸਟੂਡੈਂਟਸ ਦੀ PR ਦੇ ਪ੍ਰੋਫਾਈਲ ਦੇ ਵਿੱਚ ਕੰਪਲਿਕੇਸ਼ਨਸ ਆਈਆਂ ਨੇ। ਸੋ ਇਸ ਕੇਸ ਦੇ ਵਿੱਚ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ। ਲੇਕਿਨ ਹੁਣ ਜਿਹੜੇ ਸਟੂਡੈਂਟਸ ਗਏ ਨੇ ਪ੍ਰੋਪਰ ਅਵੇਅਰ ਹੋ ਕੇ ਗਏ ਨੇ, ਉਹਨਾਂ ਨੂੰ ਪਤਾ ਆ PR ਵਾਸਤੇ ਉਹਨਾਂ ਨੂੰ ਆਇਲਸ ਕਰਨੀ ਹੀ ਪਊਗੀ। ਜੇ ਤੁਹਾਡਾ ਆਇਲਸ ਦਾ ਸਕੋਰ ਆ ਰਿਹਾ ਹੈ ਐਸ ਪਰ ਰਿਕੁਆਇਰਮੈਂਟ ਆਸਟ੍ਰੇਲੀਅਨ ਹਾਈ ਕਮਿਸ਼ਨ ਤਾਂ ਤੁਹਾਨੂੰ PR ਲੈਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਸੋ ਇਹ ਇੱਕ ਮਿਥ ਹੈਗਾ ਕਿ ਆਸਟ੍ਰੇਲੀਆ PR ਨਹੀਂ ਦਿੰਦਾ, ਆਸਟ੍ਰੇਲੀਆ PR ਦਿੰਦਾ ਆ until unless ਤੁਸੀਂ ਆਪਣੀ ਰਿਕੁਆਇਰਮੈਂਟਸ ਨੂੰ ਪੂਰੀਆਂ ਨਹੀਂ ਕਰ ਰਹੇ ਜਾਂ ਕਰ ਰਹੇ ਹੋ। ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਜਿੰਨੇ ਵੀ ਦਰਸ਼ਕ ਸਾਡਾ ਸ਼ੋਅ ਵੇਖ ਰਹੇ ਨੇ ਖਾਸ ਤੌਰ ਤੇ ਸਟੂਡੈਂਟਸ ਨੂੰ ਕਹਿਣਾ ਚਾਹਾਂਗੇ ਕਿ ਇਹ ਸਾਰੀ ਗੱਲਾਂ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਿਆ ਕਰੋ। ਆਪਣੇ ਹੋ ਸਕੇ ਤਾਂ ਭਾਵੇਂ ਨੋਟ ਵੀ ਕਰ ਲਿਆ ਕਰੋ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਖਾਸ ਹੈ। ਤੁਸੀਂ ਕਿਤੇ ਵੀ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹ ਰਹੇ ਹੋ, ਅੱਜ ਭਾਵੇਂ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਆਪਾਂ ਹਰ ਇੱਕ ਕੰਟਰੀ ਦੀ ਹਮੇਸ਼ਾ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ। ਬਹੁਤ ਧਿਆਨ ਦੇ ਨਾਲ ਆਪਣੀ ਪ੍ਰੋਫਾਈਲ ਦੇ ਉੱਪਰ ਕੰਮ ਕਰਿਆ ਕਰੋ। ਕੰਸਲਟੈਂਟ ਸਹੀ ਜ਼ਰੂਰ ਚੁਣਨਾ ਹੈ, ਇਹ ਬਹੁਤ ਹੀ ਬੇਸਿਕ ਰਿਕੁਆਇਰਮੈਂਟ ਹੈ ਤੁਹਾਡੇ ਲਈ ਜੇਕਰ ਤੁਸੀਂ ਸਕਸੈਸ ਰੇਟ ਚਾਹੁੰਦੇ ਹੋ ਆਪਣਾ ਸਟੱਡੀ ਵੀਜ਼ਾ ਲਗਵਾ ਲਈ। ਤੇ ਮੈਂ ਕੰਸਲਟੈਂਟਸ ਵੀ ਅਗਰ ਤੁਹਾਡੇ ਤੋਂ ਗੱਲ ਕਰ ਲਵਾਂ ਕਿ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਕਿ ਜਿਹੜੇ ਕੰਸਲਟੈਂਟਸ ਨੇ ਸਟੂਡੈਂਟਸ ਦਾ ਮਾਈਂਡ ਜੋ ਹੈ ਵਾਸ਼ ਕਰ ਦਿੰਦੇ ਨੇ ਆਪਣੇ ਬੈਨੀਫਿਟਸ ਦੇ ਲਈ ਤਾਂ ਕਿ ਸਟੂਡੈਂਟਸ ਇਹ ਧਿਆਨ ਰੱਖਣ। ਤੁਹਾਡੀ ਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਕਈ ਸਟੂਡੈਂਟਸ ਤੁਹਾਡੇ ਥਰੂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ, ਪਰ ਕਿੱਥੇ ਸਟੂਡੈਂਟਸ ਧਿਆਨ ਰੱਖਣ ਕਿ ਕੰਸਲਟੈਂਟ ਕੀ ਕਹਿ ਰਿਹਾ ਤੇ ਅਸੀਂ ਸਹੀ ਤਰੀਕੇ ਨਾਲ ਸਹੀ ਵੇ 'ਚ ਜਾ ਰਹੇ ਹਾਂ ਕਿ ਨਹੀਂ। ਦੇਖੋ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਆਪਣੀ ਪ੍ਰੋਫਾਈਲ ਦੇ ਵਿੱਚ ਹੀ ਰੱਖਣਾ ਚਾਹੀਦਾ ਆ। ਸੋ ਉਹ ਪ੍ਰੋਫਾਈਲਸ ਨੂੰ ਅਸੀਂ ਹੁਣ ਅੱਜ ਇਸ ਸ਼ੋਅ ਦੇ ਵਿੱਚ ਜ਼ਰੂਰ ਡਿਸਕਸ ਕਰਨਾ ਚਾਹੁੰਦੇ ਹਾਂ। ਸੋ ਮੈਂ ਪਹਿਲਾਂ ਵੀ ਦੱਸ ਚੁੱਕੀ ਸੀ ਕਿ ਕਿਸ ਤਰੀਕੇ ਦੇ ਪ੍ਰੋਫਾਈਲ ਤੇ ਵੀਜ਼ਾ ਆਉਣ ਦੇ ਚਾਂਸਸ 90 to 9% ਹੁੰਦੇ ਨੇ। ਲੈਵਲ 1 ਦੇ ਵਿੱਚ ਜਿਹੜੇ ਸਟੂਡੈਂਟਸ ਆਉਂਦੇ ਨੇ, ਦੇਖੋ ਗੈਪ ਵਾਲੇ ਜਿਹੜੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦਾ 1-2 ਸਾਲ ਦਾ ਗੈਪ ਹੁੰਦਾ ਹੈ, 2 ਸਾਲ ਦਾ ਗੈਪ ਹੁੰਦਾ ਹੈ, ਉਹ ਸਟੂਡੈਂਟ ਦੇ ਚਾਂਸਸ 2 ਸਾਲ ਦੇ ਗੈਪ ਵਾਲੇ ਸਟੂਡੈਂਟ ਦੇ ਚਾਂਸਸ ਥੋੜੇ ਜਿਹੇ ਘੱਟ ਜਾਂਦੇ ਨੇ ਵੀਜ਼ਾ ਦੇ ਵਿੱਚ। ਸੋ ਗੈਪ ਇੱਕ ਤਾਂ ਨਹੀਂ ਹੋਣਾ ਚਾਹੀਦਾ। ਜੇ 3 ਸਾਲ ਦਾ ਗੈਪ ਹੈ ਉਹ ਜਸਟੀਫਾਈ ਹੋ ਜਾਂਦਾ ਆ। +2 ਤੋਂ ਬਾਅਦ ਜੋ ਤੁਹਾਡੇ 5.5 ਬੈਂਡ ਹੈਗੇ ਨੇ ਉਹ ਵੀ ਲੈਵਲ 1 ਦੇ ਕੈਟਾਗਰੀ ਦੇ ਵਿੱਚ ਆਉਂਦੇ ਨੇ। +2 ਪਾਸ ਜਿਹੜਾ ਨੇ ਹੁਣ ਰੀਸੈਂਟਲੀ ਕੀਤੀ ਹੈ ਓਵਰਆਲ 5.5 ਬੈਂਡ ਹੈਗੇ ਨੇ, ਇਹ ਵੀ ਲੈਵਲ 1 ਦੀ ਕੈਟਾਗਰੀ ਦੇ ਵਿੱਚ ਹੀ ਆਉਂਦੇ ਹੈਗੇ ਨੇ। ਸੋ ਇਹਨਾਂ ਸਟੂਡੈਂਟਸ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਪਲਾਈ ਕਰਨ ਵਾਸਤੇ। ਹੁਣ ਜਿਹੜੇ ਰਿਫਿਊਜ਼ ਕੇਸਿਸ ਹੈਗੇ ਨੇ, ਰਿਫਿਊਜ਼ ਕੇਸਿਸ ਅਸੀਂ ਤਾਂ ਹੀ ਡੀਲ ਕਰਦੇ ਨੇ ਜੇ ਉਹਨਾਂ ਦੇ ਡਾਕੂਮੈਂਟਸ ਜਿਹੜੇ ਨੇ ਅਪਗ੍ਰੇਡ ਹੋਏ ਹੋਣ ਜਾਂ ਰਿਫਿਊਜ਼ਲ ਨੂੰ ਟਾਈਮ ਹੋ ਗਿਆ ਹੋਵੇ। ਉਹ ਅਸੀਂ ਪ੍ਰੋਪਰ ਤਰੀਕੇ ਨਾਲ ਅਸੈਸ ਕਰਾਂਗੇ। ਜੇ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਤੁਸੀਂ ਆਪਣੇ ਡਾਕੂਮੈਂਟਸ ਦੇ ਵਿੱਚ ਅਪਗ੍ਰੇਡੇਸ਼ਨ ਕੀਤੀ ਹੈ ਤੇ ਅੰਬੈਸੀ ਨੂੰ ਅਸੀਂ ਜਸਟੀਫਾਈ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਅਸੀਂ ਤੁਹਾਡੇ ਕੇਸ ਨੂੰ ਹਾਂ ਕਰਾਂਗੇ। ਸੇ ਹਰ ਤਰੀਕੇ ਦੇ ਕੇਸਿਸ ਨੂੰ ਅਸੀਂ ਵੈਲਕਮ ਕਰ ਰਹੇ ਹਾਂ ਕਿਉਂਕਿ ਉਸ ਅਕੋਰਡਿੰਗਲੀ ਹੀ ਅਸੀਂ ਤੁਹਾਨੂੰ ਦੱਸਾਂਗੇ। ਕਿਉਂਕਿ ਦੇਖੋ ਸਾਨੂੰ ਇਹ ਨਹੀਂ ਹੈ ਕਿ ਬਿਕੋਜ਼ ਆਲਰੇਡੀ ਵੀ ਆਰ ਹੈਵਿੰਗ ਅ ਨੰਬਰ ਆਫ ਫਾਈਲਸ, ਰਾਈਟ? ਸਾਨੂੰ ਹਰ ਫਾਈਲ ਤੇ ਕੰਮ
ਕਰਨਾ। ਅਸੀਂ ਇਦਾਂ ਨਹੀਂ ਕਰ ਸਕਦੇ ਕਿ 100 ਫਾਈਲਾਂ ਚੁੱਕ ਲਈਆਂ ਹੁਣ ਹਰ ਇੱਕ ਫਾਈਲ ਨਾਲ ਅਸੀਂ ਐਕਸਪੈਰੀਮੈਂਟ ਕਰਦੇ ਰਹੀਏ, ਇਦਾਂ ਦਾ ਕੁਝ ਨਹੀਂ ਹੋ ਸਕਦਾ। ਸਾਨੂੰ ਹੁੰਦਾ ਕਿ ਜਿਹੜਾ ਕੇਸ ਅਸੀਂ ਚੁੱਕ ਰਹੇ ਹਾਂ ਉਹ 99% ਸਕਸੈਸ ਰੇਟ ਦੇ ਨਾਲ ਹੀ ਅਸੀਂ ਚੱਕੀਏ, ਸੋ ਦੈਟ ਹਰ ਇੱਕ ਦਾ ਸੁਪਨਾ ਪੂਰਾ ਹੋਵੇ। ਕਿਉਂਕਿ ਸਾਨੂੰ ਪਤਾ ਦੇਖੋ ਪੈਰੈਂਟਸ ਦੀ ਮਿਹਨਤ ਦੀ ਕਮਾਈ ਹੁੰਦੀ ਹੈ, ਹਰ ਕੋਈ ਕੁਝ ਨਾ ਕੁਝ ਉਮੀਦਾਂ ਲੈ ਕੇ ਸਾਡੇ ਕੋਲ ਆਇਆ ਹੁੰਦਾ, ਸਾਨੂੰ ਹੁੰਦਾ ਕਿ ਅਸੀਂ ਉਸਨੂੰ ਨਿਰਾਸ਼ ਨਾ ਕਰੀਏ। ਜੇ ਸਾਡੇ ਕੋਲ ਆਇਆ ਤੇ ਉਹਦਾ ਕੰਮ ਬਣੇ, ਜੇ ਨਹੀਂ ਬਣਦਾ ਫੋਰ ਐਗਜ਼ਾਮਪਲ 1%, ਕਿਉਂਕਿ ਮੈਂ ਦੇਖੋ ਵੀਜ਼ਾ ਆਫਿਸਰ ਨਹੀਂ ਹਾਂ, ਵੀਜ਼ਾ ਮੈਂ ਆਫਿਸ ਤੋਂ ਸਟੈਂਪ ਕਰਕੇ ਨਹੀਂ ਦੇਣੇ, ਡੈਫੀਨਿਟਲੀ ਮੈਂ ਅਪਲਾਈ ਹੀ ਕਰਨਾ ਹੈ ਵਧੀਆ ਸਕਸੈਸ ਰੇਟ ਦੇ ਨਾਲ। ਲੇਕਿਨ 1% ਜੇ ਕਿਸੇ ਦਾ ਕੰਮ ਨਹੀਂ ਬਣਦਾ ਜਾਂ ਵੀਜ਼ਾ ਨਹੀਂ ਆਉਂਦਾ ਤੇ ਕਿਸੇ ਦਾ ਵੀ ਮੇਰੀ ਕੰਪਨੀ ਦੇ ਵਿੱਚ ਹੁਣ ਤੱਕ ਪੈਸੇ ਦਾ ਨੁਕਸਾਨ ਹੈ ਜਿਹੜਾ ਉਹ ਨਹੀਂ ਹੋਇਆ। ਜੀ ਸੋ ਇਹ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਦੇਖੋ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀਆਂ ਪਿਛਲੇ 7-8 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ, ਆਸਟ੍ਰੇਲੀਆ ਦੇ ਵਿੱਚ ਐਕਸਪਰਟੀਜ਼ ਹੈਗੀਆਂ ਨੇ। ਹੁਣ ਕਾਫੀ ਨੰਬਰ ਆਫ ਕੇਸਿਸ ਨੂੰ ਅਸੀਂ ਆਪਣੇ ਹੱਥਾਂ ਦੇ ਨਾਲ ਕੱਢਿਆ ਹੈ, ਸਾਨੂੰ ਪਤਾ ਕਿ ਕਿਸ ਤਰੀਕੇ ਨਾਲ ਕੰਮ ਕਰਨਾ ਹੈ, ਕਿਸ ਕੇਸ ਨੂੰ ਅਸੀਂ ਕਿੱਦਾਂ ਡੀਲ ਕਰ ਸਕਦੇ ਹਾਂ, ਕਿਸ ਤਰ੍ਹਾਂ ਦਾ ਗੈਪ ਹੈਗਾ, ਕਿਵੇਂ ਅਸੀਂ ਵੀਜ਼ਾ ਆਫਿਸਰ ਨੂੰ ਜਸਟੀਫਾਈ ਕਰ ਸਕਦੇ ਹਾਂ। ਸੋ ਸਾਰੀ ਕੁਇਰੀਜ਼ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 9592 501 501 ਤੇ ਅਪਾਇੰਟਮੈਂਟ ਲੈ ਕੇ ਆਫਿਸ ਜ਼ਰੂਰ ਵਿਜ਼ਿਟ ਕਰੋ, ਡਾਕੂਮੈਂਟਸ ਲੈ ਕੇ ਆਓ। ਕਮਿੰਗ ਇਨਟੇਕ ਹੈਗੇ ਨੇ, ਮਾਰਚ ਦੇ ਇਨਟੇਕ ਹੈਗੇ ਨੇ ਜਿਨ੍ਹਾਂ 'ਚ ਅਸੀਂ ਤੁਹਾਡਾ ਕੇਸ ਫਾਈਲ ਕਰਾਂਗੇ। ਐਂਡ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਹੁਣ ਸਾਡੇ ਕੋਲ ਐਪਲੀਕੈਂਟ ਆਉਂਦੇ ਆ ਵਿਦਿਨ ਦਾ 10 ਡੇਜ਼, ਜੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਕੰਪਲਿਕੇਸ਼ਨ ਨਹੀਂ ਹੈਗੀ ਹੈ, ਕੋਈ ਗੈਪ ਨਹੀਂ ਹੈਗਾ ਆ, ਵਿਦਿਨ ਦਾ 10 ਡੇਜ਼ ਉਹਨਾਂ ਦਾ ਕੇਸ ਅਸੀਂ ਐਮਬੈਸੀ ਦੇ ਵਿੱਚ ਲਗਾ ਦਿੰਦੇ ਆ। ਠੀਕ ਹੈ। ਸੋ ਇਹ ਤੁਹਾਡੇ ਕੋਲ 골ਡਨ ਟਾਈਮ ਹੈਗਾ, ਤੁਸੀਂ ਐਸ ਸੂਨ ਐਸ ਪੋਸੀਬਲ ਆਫਿਸ ਵਿਜ਼ਿਟ ਕਰੋ ਤੇ ਆਪਣਾ ਕੇਸ ਹੈ ਜਿਹੜਾ ਆਸਟ੍ਰੇਲੀਆ ਵਾਸਤੇ ਪ੍ਰੋਸੀਡ ਕਰੋ। ਜੀ ਬਿਲਕੁਲ। ਤੇ ਓਵਰਆਲ ਤੁਹਾਡਾ ਵੀ ਮੈਂ ਇੱਕ ਜ਼ਰੂਰ ਵਿਊ ਲੈਣਾ ਚਾਹੂੰਗੀ ਇਸ ਗੱਲ ਨੂੰ ਲੈ ਕੇ ਕਿ ਜਿਸ ਤਰੀਕੇ ਨਾਲ ਆਸਟ੍ਰੇਲੀਆ ਵੱਲੋਂ ਇੱਕਦਮ ਸਟੂਡੈਂਟਸ ਨੂੰ ਵੈਲਕਮ ਕਰਨ ਲਈ ਇੰਨੇ ਜ਼ਿਆਦਾ ਬੈਨੀਫਿਟਸ ਦਿੱਤੇ ਜਾ ਰਹੇ ਨੇ, ਆਫਰਸ ਦਿੱਤੀ ਜਾ ਰਹੀਆਂ, ਐਜ਼ ਅ ਕੰਸਲਟੈਂਟ ਤੁਸੀਂ ਕਿਵੇਂ ਦੇਖਦੇ ਹੋ ਕਿ ਆਸਟ੍ਰੇਲੀਆ ਐਮਬੈਸੀ ਦਾ ਜੋ ਇਹ ਫੈਸਲਾ ਹੈ ਕਿ ਐਮਬੈਸੀ ਫੀਸ ਆਪਾਂ ਵੇਵ ਆਫ ਕਰ ਦਿੰਦੇ ਹਾਂ, ਵਰਕਿੰਗ ਆਰ ਵੀ ਵਧਾ ਦਿੱਤੇ, ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਵੇਖਦੇ ਹੋ? ਦੇਖੋ ਇਸ ਚੀਜ਼ ਨੂੰ ਇਸੇ ਤਰੀਕੇ ਨਾਲ ਦੇਖਦੇ, ਇਕਨੋਮਿਕਲੀ ਤਰੀਕੇ ਨਾਲ ਹੀ ਮੈਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੂੰਗੀ, ਕਿਉਂਕਿ ਪਿਛਲੇ 2-3 ਸਾਲਾਂ ਤੋਂ ਹਰ ਇੱਕ ਕੰਟਰੀ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਐਂਡ ਹਰ ਇੱਕ ਨੂੰ ਪਤਾ ਕਿ ਇੰਟਰਨੈਸ਼ਨਲ ਸਟੂਡੈਂਟ ਹਰ ਇਕਨੋਮੀ ਲਈ ਕਿੰਨਾ ਇੰਪੋਰਟੈਂਟ ਹੈ ਔਰ ਕਿੰਨਾ ਬੈਨੀਫੀਸ਼ੀਅਲ ਹੈ। ਤੇ ਹੁਣ ਆਸਟ੍ਰੇਲੀਆ ਜਾਂ ਕੈਨੇਡਾ ਹੋਇਆ ਤੇ ਤੁਹਾਨੂੰ ਵੀ ਪਤਾ ਕਿ ਟੂਰਿਜ਼ਮ ਕਿੰਨਾ ਕੀ ਹੋਊਗਾ, ਰਾਈਟ? ਆਸਟ੍ਰੇਲੀਆ ਕੈਨੇਡਾ ਸਟੂਡੈਂਟ ਵੱਲੋਂ ਹੀ ਜਿਹੜੀ ਉਹਨਾਂ ਦੀ ਇਕਨੋਮੀ ਹੈ ਸਟਰੋਂਗ ਹੁੰਦੀ ਹੈ ਔਰ ਉਹਨਾਂ ਨੂੰ ਕੋਵਿਡ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਘਾਟਾ ਹੋਇਆ ਔਰ ਹੁਣ ਇਹ ਕੰਟਰੀਜ਼ ਇਸ ਘਾਟੇ ਨੂੰ ਪੂਰਾ ਕਰਨਾ ਚਾਹੁੰਦੀਆਂ ਨੇ ਤੇ ਇਸੇ ਲਈ ਹੀ ਇਹਨਾਂ ਨੇ ਵੀਜ਼ਾਸ ਆਪਣੇ ਇੰਨੇ ਜ਼ਿਆਦਾ ਓਪਨ ਕੀਤੇ ਨੇ ਕਿ 99.9% ਸਕਸੈਸ ਰੇਟ ਦੇ ਨਾਲ ਸਟਾਰ ਫਿਊਚਰ ਇਮੀਗ੍ਰੇਸ਼ਨ ਡੀਲ ਕਰ ਰਿਹਾ ਹੈ, ਜਿਸ 'ਚ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦੇਵਾਂਗੇ। ਔਰ ਹੁਣ ਜਿਹੜੇ ਵੀ ਐਪਲੀਕੈਂਟ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ, ਬਾਰ-ਬਾਰ ਕੈਨੇਡਾ ਅਪਲਾਈ ਕਰਕੇ ਆਪਣਾ ਟਾਈਮ ਵੇਸਟ ਨਾ ਕਰੋ। ਜੇ ਓਵਰਆਲ 5.5 ਬੈਂਡ ਹੈਗੇ ਨੇ ਜਾਂ ਓਵਰਆਲ 6 ਨਾਟ ਲੈਸ ਦੈਨ 5.5 ਹੈਗੇ ਨੇ ਤੇ ਆਸਟ੍ਰੇਲੀਆ ਅਪਲਾਈ ਕਰੋ, 100% ਸਕਸੈਸ ਰੇਟ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਲੈ ਕੇ ਦੇਵਾਂਗੇ। ਬਿਲਕੁਲ। ਤੇ ਆਪਾਂ ਇਸ ਨੂੰ ਚੀਜ਼ ਨੂੰ ਵੇਖ ਸਕਦੇ ਹਾਂ ਕਿ ਆਸਟ੍ਰੇਲੀਆ ਜੋ ਹੈ ਹੁਣ ਲੀਨੀਅੰਟ ਹੈ ਜ਼ਰੂਰ, ਤੇ ਜਿਹੜੇ ਸਟੂਡੈਂਟਸ ਅਗਰ ਇਸ ਟਾਈਮ ਤੇ ਹੁਣ ਆਪਣੀ ਪ੍ਰੋਫਾਈਲ ਤੇ ਕੰਮ ਕਰਦੇ ਨੇ, ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਦੇ ਨੇ ਤਾਂ ਓਬਵੀਅਸ ਹੈ ਕਿ ਉਹਨਾਂ ਨੂੰ ਫਾਇਦਾ ਮਿਲੇਗਾ ਹੀ, ਵੀਜ਼ਾ ਆਏਗਾ ਹੀ। ਬਿਲਕੁਲ। ਦੇਖੋ ਇਹ ਤੇ ਡੈਫੀਨਿਟਲੀ ਗੱਲ ਹੈ ਹੀ ਹੈ ਕਿ ਇੱਕ ਹੁੰਦਾ ਨਾ ਕਿ ਜਦੋਂ ਦੇਖੋ ਬਾਰਿਸ਼ ਪੈ ਰਹੀ ਹੈ ਉਦੋਂ ਹੀ ਸਾਰੇ ਭਿੱਜਣਗੇ ਨਾ, ਇਹ ਤਾਂ ਹੈ ਨਹੀਂ ਕਿ ਹੁਣ ਅਸੀਂ ਅੰਦਰ ਹੀ ਖੜੇ ਆਂ ਔਰ ਬਾਹਰ ਬਾਰਿਸ਼ ਪੈ ਰਹੀ ਹੈ ਅਸੀਂ ਚਾਹਾਂਗੇ ਕਿ ਨਹੀਂ ਹਲੇ ਸਾਡਾ ਮੂਡ ਨਹੀਂ ਹੈਗਾ, ਅਸੀਂ ਬਾਅਦ ਚੋਂ ਬਾਰਿਸ਼ ਇੰਜੋਏ ਕਰਾਂਗੇ ਤੇ ਬਾਅਦ ਚੋਂ ਤਾਂ ਬਾਰਿਸ਼ ਹੋਣੀ ਨਹੀਂ ਹੈ। ਤੇ ਉਹੀ ਮੈਂ ਇੱਕ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਹੁਣ ਵੀਜ਼ਾਸ ਓਪਨ ਨੇ, ਵੀਜ਼ਾਸ ਮਿਲ ਰਹੇ ਨੇ ਤੇ ਬੈਟਰ ਹੈ ਤੁਸੀਂ ਇਸ ਓਪਰਚੁਨਿਟੀ ਦਾ ਫਾਇਦਾ ਚੁੱਕੋ, ਅਪਲਾਈ ਕਰੋ, ਆਪਣਾ ਵੀਜ਼ਾ ਲਵੋ ਤੇ ਆਸਟ੍ਰੇਲੀਆ ਦੇ ਵਿੱਚ ਆਪਣਾ ਜਿਹੜਾ ਕਰੀਅਰ ਬਣਾਓ, ਕਿਉਂਕਿ ਤੁਹਾਨੂੰ ਵੀ ਪਤਾ ਕਿ ਇਕਨੋਮੀ ਕਿੰਨੀ ਸਟਰੋਂਗ ਹੈ, ਵੇਜ ਰੇਟ ਸਭ ਤੋਂ ਜ਼ਿਆਦਾ ਹਾਈ ਹੈ, ਸਕਸੈਸ ਰੇਟ ਇਸ ਟਾਈਮ ਵੀਜ਼ਾ ਦਾ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਹਾਈ ਹੈ। ਔਰ ਜੇ ਸਟਾਰ ਫਿਊਚਰ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਸਾਡੇ ਕਾਫੀ ਵੀਜ਼ਾਸ ਲੱਗ ਚੁੱਕੇ ਨੇ, ਤੁਸੀਂ ਆਫਿਸ ਆ ਕੇ ਦੇਖ ਸਕਦੇ ਹੋ, ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ, ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਬੇਝਿਜਕ ਆ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ। ਜੀ ਬਿਲਕੁਲ। ਤੇ ਸਟੂਡੈਂਟਸ ਨੂੰ ਇੱਕ ਵਾਰ ਫਿਰ ਤੋਂ ਕਹੂੰਗੀ ਕਿ ਲਗਾਤਾਰ ਸਕਰੀਨ ਦੇ ਉੱਪਰ ਨੰਬਰ ਵੀ ਡਿਸਪਲੇ ਹੋ ਰਿਹਾ, ਜੇਕਰ ਤੁਸੀਂ ਕੋਈ ਸਲਾਹ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਨੰਬਰਸ ਉੱਪਰ ਕਾਲ ਕਰਕੇ ਸਲਾਹ ਗਾਈਡੈਂਸ ਲੈ ਸਕਦੇ ਹੋ। ਤੇ ਸੈਕਟਰ 70 ਮੁਹਾਲੀ ਵਿੱਚ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਆਫਿਸ ਹੈ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਟਾਈਮਲੀ ਜੋ ਹੈ ਤੁਸੀਂ ਅਪਲਾਈ ਕਰ ਸਕੋ, ਟਾਈਮਲੀ ਜੋ ਹੈ ਤੁਹਾਡਾ ਵੀਜ਼ਾ ਆ ਜਾਏ। ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਕਿਸੇ ਕੰਟਰੀ ਵੱਲ ਇੱਕਦਮ ਰੁਝਾਨ ਵੱਧਦਾ ਹੈ ਤਾਂ ਫਾਈਲਸ ਬਹੁਤ ਜ਼ਿਆਦੀਆਂ ਜੋ ਹੈ ਅਪਲਾਈ ਕੀਤੀਆਂ ਜਾਂਦੀਆਂ ਨੇ, ਤਾਂ ਜੇ ਕਿਤੇ ਰਸ਼ ਹੋ ਜਾਏ ਤਾਂ ਆਬਵੀਅਸ ਹੈ ਕਿ ਫਿਰ ਨੰਬਰ ਉਨਾ ਹੀ ਲੇਟ ਹੋ ਜਾਂਦਾ, ਜੋ ਪਹਿਲਾਂ ਅਪਲਾਈ ਕਰੇਗਾ ਉਨੀ ਜਲਦੀ ਉਸਦਾ ਵੀਜ਼ਾ ਜ਼ਰੂਰ ਆਏਗਾ। ਇੱਥੇ ਵੀ ਜਾਣਨਾ ਚਾਹੂੰਗੀ ਕਿ ਇਹ ਕੋਈ ਲਿਮਿਟਿਡ ਟਾਈਮ ਪੀਰੀਅਡ ਲਈ ਆਫਰਸ ਦਿੱਤੀਆਂ ਗਈਆਂ ਆਸਟ੍ਰੇਲੀਆ ਵੱਲੋਂ ਕਿ ਲੌਂਗ ਟਰਮ? ਨਹੀਂ ਇਦਾਂ ਕੁਝ ਨਹੀਂ ਹੈਗਾ ਫਿਲਹਾਲ ਇਸ ਟਾਈਮ ਇਹਨਾਂ ਇਨਟੇਕਸ ਦੇ ਵਿੱਚ ਵੀਜ਼ਾਸ ਆ ਰਹੇ ਨੇ, ਕਮਿੰਗ ਇਨਟੇਕਸ ਦੇ ਵਿੱਚ। ਸੋ ਇਦਾਂ ਕੋਈ ਇਹ ਆਫਰ ਨਹੀਂ ਹੈਗਾ ਕਿ ਤੁਸੀਂ ਹੁਣ ਅਪਲਾਈ ਕਰੋ ਤੇ ਹੁਣ ਵੀਜ਼ਾਸ ਆਣਗੇ। ਐਮਬੈਸੀ ਕੋਈ
ਓਪਨਲੀ ਆ ਕੇ ਡਿਸਕਲੋਜ਼ ਨਹੀਂ ਕਰਦੀ ਇਹ ਚੀਜ਼ਾਂ ਕਿ ਹੁਣ ਅਸੀਂ ਵੀਜ਼ਾ ਦੇ ਰਹੇ ਨੇ, ਤੁਸੀਂ ਆਓ ਤੇ ਵੀਜ਼ਾ ਲਵੋ। ਹੁਣ ਅਸੀਂ ਆਪਣੀ ਸਕਸੈਸ ਰੇਟ ਦੇਖ ਰਹੇ ਹਾਂ ਕਿ ਜਿੱਤੇ ਕੋਵਿਡ ਦੇ ਵਿੱਚ ਸਕਸੈਸ ਰੇਟ ਬਹੁਤ ਹੀ ਘੱਟ ਸੀਗਾ, ਲੇਕਿਨ ਹੁਣ ਸਕਸੈਸ ਰੇਟ 99% ਸਕਸੈਸ ਰੇਟ ਹੈਗਾ। ਲੈਵਲ 1 ਦੇ ਵਿੱਚ ਜਿਹੜੇ ਸਟੂਡੈਂਟਸ ਜਾ ਰਹੇ ਨੇ, ਐਪਲੀਕੈਂਟ ਅਪਲਾਈ ਕਰ ਰਹੇ ਨੇ। ਜੀ ਜੀ। ਸੋ ਉਹਨਾਂ ਅਕੋਰਡਿੰਗਲੀ ਉਸੇ ਐਕਸਪੀਰੀਅੰਸ ਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਫॉर ਆਸਟ੍ਰੇਲੀਅਨ ਸਟੂਡੈਂਟ ਵੀਜ਼ਾ। ਸੋ ਜਿਹੜੇ ਵੀ ਬੱਚੇ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਗੈਪ 3 ਸਾਲ ਦਾ ਗੈਪ ਹੈਗਾ, ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ ਗੈਪ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ ਹੈ। ਫੀਸ ਤੁਸੀਂ ਪਹਿਲਾਂ ਪੇ ਕਰਨੀ ਹੈ ਜਾਂ ਬਾਅਦ ਚੋਂ ਪੇ ਕਰਨੀ ਹੈ, that will be your decision। ਤੁਸੀਂ ਇੱਕ ਵਾਰੀ ਆਪਣੇ ਡਾਕੂਮੈਂਟਸ ਲੈ ਕੇ ਆਫਿਸ ਵਿੱਚ ਵਿਜ਼ਿਟ ਕਰੋ। ਲੈਵਲ 1 ਦੇ ਕਾਲਜਸ ਐਂਡ ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਡੀਲ ਕਰ ਰਹੇ 99% ਸਕਸੈਸ ਰੇਟ ਦੇ ਨਾਲ ਜਿਹੜਾ ਆਸਟ੍ਰੇਲੀਆ ਅਸੀਂ ਤੁਹਾਨੂੰ ਕੇਸ ਹੈ ਤੁਹਾਡਾ ਪ੍ਰੋਸੀਡ ਕਰਵਾਵਾਂਗੇ। ਕਿਉਂਕਿ ਦੇਖੋ ਇਸ ਟਾਈਮ ਸਾਨੂੰ ਇਹੀ ਹੁੰਦਾ ਕਿ ਆਲਰੇਡੀ ਬੱਚੇ ਆਪਣਾ ਟਾਈਮ ਵੇਸਟ ਕਰ ਚੁੱਕੇ ਤੇ ਹੋਰ ਹੁਣ ਟਾਈਮ ਵੇਸਟ ਨਾ ਹੋਵੇ, ਇਸ ਲਈ ਪ੍ਰੋਸੈਸਿੰਗ ਟਾਈਮ ਵੀ ਜਿਹੜਾ ਹੈਗਾ, ਜੇ ਕਿਸੇ ਕੇਸ ਦੇ ਵਿੱਚ ਕੋਈ ਕੰਪਲਿਕੇਸ਼ਨ ਨਹੀਂ ਹੈ ਤੇ ਸਭ ਤੋਂ ਘੱਟ ਪ੍ਰੋਸੈਸਿੰਗ ਟਾਈਮ ਹੈ ਸਾਡਾ ਇਸ ਟਾਈਮ, ਤੇ ਵਿਦਿਨ ਦਾ 10 ਡੇਜ਼ ਤੁਹਾਡਾ ਕੇਸ ਅੰਬੈਸੀ ਦੇ ਵਿੱਚ ਲਗਾ ਦਿੱਤਾ ਜਾਏਗਾ ਤੇ 15 ਦਿਨ ਤੱਕ ਜਿਹੜਾ ਰਿਜ਼ਲਟ ਵੀ ਆ ਜਾਂਦਾ। ਟੋਟਲ ਪ੍ਰੋਸੈਸਿੰਗ ਟਾਈਮ ਸਿਰਫ 25 ਡੇਜ਼ ਦਾ ਰਹਿ ਗਿਆ, ਜਿੱਥੇ 2.5 ਤੋਂ 3 ਮਹੀਨੇ ਦਾ ਹੁੰਦਾ ਸੀਗਾ। ਸੋ ਜਿਹੜੇ ਵੀ ਐਪਲੀਕੈਂਟ ਕੈਨੇਡਾ ਤੋਂ ਰਿਫਿਊਜ਼ ਹੈ, ਕੋਈ ਪ੍ਰੋਬਲਮ ਨਹੀਂ ਹੈ, ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ, ਐਜ਼ ਸੂਨ ਐਜ਼ ਪੋਸੀਬਲ ਜਿਹੜਾ ਸਾਡੇ ਆਫਿਸ ਦੇ ਵਿੱਚ ਉਹ ਵਿਜ਼ਿਟ ਕਰ ਸਕਦੇ ਨੇ। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਆਸਟ੍ਰੇਲੀਆ ਬਾਰੇ ਹਰ ਇੱਕ ਪੁਆਇੰਟ ਜੋ ਡਿਸਕਸ ਕਰ ਚੁੱਕੇ ਹਾਂ, ਲੇਕਿਨ ਇੱਕ ਜਿਹੜਾ ਤੁਸੀਂ ਡੈਨਮਾਰਕ ਬਾਰੇ ਇੱਕ ਪ੍ਰੋਗਰਾਮ ਅਕਸਰ ਡਿਸਕਸ ਕਰਦੇ ਹੋ ਸ਼ੋਅ ਵਿੱਚ, ਉਸਦੇ ਬਾਰੇ ਵੀ ਕਾਫੀ ਜੋ ਹੈ ਸਵਾਲ ਆਉਂਦੇ ਨੇ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਇੱਕ ਵਾਰ ਤੁਸੀਂ ਜ਼ਰੂਰ ਫਿਰ ਤੋਂ ਡੈਨਮਾਰਕ ਦਾ ਜਿਹੜਾ ਖਾਸ ਪ੍ਰੋਗਰਾਮ ਹੈ ਉਸਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਬਹੁਤ ਸਾਰੀ ਕੁਐਰੀਜ਼ ਆ ਰਹੀਆਂ ਉਹਦੇ ਲਈ। ਜੀ ਬਿਲਕੁਲ ਹਰਜੋਤ, ਡੈਨਮਾਰਕ ਦੀ ਜੋ ਅਸੀਂ ਗੱਲ ਕਰਦੇ ਹਾਂ, ਕਿਉਂਕਿ ਬਹੁਤ ਇਹੋ ਜਿਹੇ ਸਾਡੇ ਕੋਲ ਐਪਲੀਕੈਂਟਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਜਿਹੜੀ ਮੇਰੀ ਉਮਰ ਜਿਹੜੀ ਹੁਣ 25 ਸਾਲ ਤੋਂ ਉੱਪਰ ਹੋ ਚੁੱਕੀ ਹੈ, ਐਜ਼ ਅ ਸਟੂਡੈਂਟ ਮੈਂ ਨਹੀਂ ਜਾ ਸਕਦਾ, ਜਾਂ ਮੈਂ ਆਇਲਸ ਜ਼ਿਆਦਾ ਨਹੀਂ ਕਰ ਸਕਦਾ, ਮੇਰੇ ਜ਼ਿਆਦਾ ਬੈਂਡ ਨਹੀਂ ਆਇਲਸ ਦੇ ਵਿੱਚ ਆ ਸਕਦੇ, ਤੇ ਇੱਦਾਂ ਦੇ ਐਪਲੀਕੈਂਟਸ ਨੂੰ ਅਸੀਂ ਔਨ ਜੌਬ ਟ੍ਰੇਨਿੰਗ ਵੀਜ਼ਾ ਤੇ ਭੇਜਦੇ ਹਾਂ ਡੈਨਮਾਰਕ ਦੇ ਵਿੱਚ। ਡੈਨਮਾਰਕ ਸ਼ੈਨਗਨ ਦਾ ਹੀ ਇੱਕ ਹਿੱਸਾ ਹੈ, ਸਭ ਤੋਂ ਇੱਕ ਹੈਪੀਐਸਟ ਕੰਟਰੀ ਹੈ ਡੈਨਮਾਰਕ, ਜਿੱਥੇ ਸਟੂਡੈਂਟਸ ਨੂੰ 100% ਵੀਜ਼ਾ ਅਸੀਂ ਲੈ ਕੇ ਦਿੰਦੇ ਹਾਂ। ਕੰਮ ਮਿਲਦਾ ਕਰਨ ਨੂੰ, ਸੈਲਰੀ ਵੀ ਮਿਲਦੀ ਹੈ, ਸਿੱਖਣ ਨੂੰ ਵੀ ਮਿਲਦਾ। ਅੱਗੇ ਜੇ ਕਿਸੇ ਸਟੂਡੈਂਟ ਨੇ ਜਾਣਾ ਹੁੰਦਾ ਆ ਤੇ ਅੱਗੇ ਵੀ ਜਾ ਸਕਦਾ ਆ, ਕਿਉਂਕਿ ਦੇਖੋ ਐਵੇਂ ਸ਼ੈਨਗਨ ਦੇ ਨਾਂ ਤੇ, ਐਂਟਰੀਆਂ ਦੇ ਨਾਂ ਤੇ ਠੱਗਾਂ ਦੇ ਹੱਥ ਦੇ ਵਿੱਚ ਆਉਣ ਨੂੰ ਜਾਂ ਆਪਣਾ ਫਿਊਚਰ ਖਰਾਬ ਕਰਨ ਨਾਲੋਂ ਬੈਟਰ ਹੈ ਤੁਸੀਂ ਜੈਨੂਇਨ ਵੀਜ਼ਾ ਤੇ ਜਾਵੋ। ਸੋ ਵਿਦਿਨ ਦਾ 45 ਡੇਜ਼ ਜਿਹੜਾ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਇਸ ਟਾਈਮ ਡੈਨਮਾਰਕ ਹੀ ਇਦਾਂ ਦੀ ਕੰਟਰੀ ਹੈ ਜਿਹੜੀ ਤੁਹਾਨੂੰ ਵੀਜ਼ਾ ਦਿੰਦੀ ਹੈ, ਔਰ ਬਹੁਤ ਘੱਟ ਬਜਟ ਦੇ ਵਿੱਚ ਤੁਸੀਂ ਡੈਨਮਾਰਕ ਜਾ ਸਕਦੇ ਹੋ। ਔਰ ਇੱਥੇ ਜੇ ਅਸੀਂ ਸੈਲਰੀ ਦੀ ਗੱਲ ਕਰਦੇ ਹਾਂ, 1.5 ਲੱਖ ਰੁਪਏ ਤੱਕ ਦੀ ਤੁਹਾਨੂੰ ਸੈਲਰੀ ਮਿਲਦੀ ਹੈ, ਜਿਹਦੇ ਵਿੱਚ ਲੱਖ ਰੁਪਇਆ ਜਿਹੜਾ ਤੁਸੀਂ ਆਪਣਾ ਸੇਵ ਵੀ ਕਰ ਸਕਦੇ ਹੋ। ਸੋ ਡੈਨਮਾਰਕ ਇੱਕ ਇੱਦਾਂ ਦਾ ਹੁਣ ਆਪਸ਼ਨ ਅਸੀਂ ਤੁਹਾਨੂੰ ਦੇ ਰਹੇ ਹਾਂ, ਜੇ ਤੁਹਾਡੀ ਉਮਰ 25 ਸਾਲ ਤੋਂ ਜ਼ਿਆਦਾ ਹੈ ਜਾਂ 25 ਸਾਲ ਤੋਂ ਥੋੜੀ ਵੀ ਹੈ, ਕੋਈ ਪ੍ਰੋਬਲਮ ਨਹੀਂ, ਲੇਕਿਨ ਜੇ ਤੁਸੀਂ ਆਇਲਸ ਨਹੀਂ ਕੀਤੀ ਜਾਂ ਜੇ ਤੁਸੀਂ ਪੜ੍ਹਾਈ ਤੇ ਨਹੀਂ ਜਾਣਾ ਚਾਹੁੰਦੇ, ਕੰਮ ਹੀ ਕਰਨ ਜਾਣਾ ਚਾਹੁੰਦੇ ਹੋ, ਤਾਂ ਡੈਨਮਾਰਕ ਸ਼ੈਨਗਨ ਦੇ ਵਿੱਚ ਜੇ ਤੁਸੀਂ ਐਂਟਰੀ ਲੈਣਾ ਚਾਹੁੰਦੇ ਹੋ ਤੇ ਇਹ ਤੁਹਾਨੂੰ ਸਭ ਤੋਂ ਬੈਸਟ ਆਪਸ਼ਨ ਹੈ ਜਿਹੜੀ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਰਿਹਾ, ਜਿਹਦੇ ਚ ਪੈਸੇ ਵੀ ਜਿਹੜੇ ਬਾਕੀ ਹੈਗੇ ਨੇ ਮਿਨੀਮਮ ਅਮਾਉਂਟ ਤੋਂ ਇਲਾਵਾ ਬਾਕੀ ਸਾਰੇ ਪੈਸੇ ਤੁਸੀਂ ਵੀਜ਼ਾ ਤੋਂ ਬਾਅਦ ਹੀ ਦੇਣੇ ਨੇ। ਸੋ ਇਹ ਇੱਕ 골ਡਨ ਓਪਰਚੁਨਿਟੀ ਹੈ ਇਸ ਟਾਈਮ ਉਹਨਾਂ ਐਪਲੀਕੈਂਟਸ ਲਈ ਜਿਹੜੇ ਕੰਮ ਕਰਨ ਸ਼ੈਨਗਨ ਦੇ ਵਿੱਚ ਜਾਣਾ ਚਾਹੁੰਦੇ ਨੇ, ਔਨ ਜੌਬ ਟ੍ਰੇਨਿੰਗ ਲੈਣ ਸ਼ੈਨਗਨ ਦੇ ਵਿੱਚ ਜਾਣਾ ਚਾਹੁੰਦੇ ਨੇ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਕੋਲ ਵਿਜ਼ਿਟ ਕਰ ਸਕਦੇ ਹੋ। ਐਕਸਕਲੂਸਿਵ ਕੰਟਰੈਕਟ ਜਿਹੜਾ ਸਿਰਫ ਸਾਡਾ ਹੀ ਹੈਗਾ ਡੈਨਮਾਰਕ ਦੇ ਵਿੱਚ। ਤੁਹਾਨੂੰ ਕੋਈ ਹੋਰ, ਤੁਸੀਂ ਜੇ ਸੋਚੋ ਕੋਈ ਹੋਰ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਦਊਗਾ ਆਲ ਓਵਰ ਪੰਜਾਬ ਦੇ ਵਿੱਚ, ਤੇ ਕੋਈ ਨਹੀਂ ਦੇ ਸਕਦਾ। ਐਕਸਕਲੂਸਿਵ ਕੰਟਰੈਕਟ ਜਿਹੜਾ ਡੈਨਮਾਰਕ ਦਾ ਸਾਡੇ ਨਾਲ ਹੀ ਹੈਗਾ ਆ, 100% ਅਸੀਂ ਤੁਹਾਨੂੰ ਵੀਜ਼ਾ ਜਿਹੜਾ ਉਹ ਲੈ ਕੇ ਦੇਵਾਂਗੇ। ਜੀ ਬਿਲਕੁਲ। ਤੇ ਇਹਦੇ ਬਾਰੇ ਇੱਕ ਸਵਾਲ ਇਹ ਵੀ ਆ ਰਹੇ ਨੇ ਸਾਡੇ ਕੋਲ ਲਗਾਤਾਰ ਕਿ ਕੀ ਉਸ ਦੇ ਲਈ ਕੋਈ ਖਾਸ ਐਕਸਪੀਰੀਅੰਸ ਚਾਹੀਦਾ ਹੋਏਗਾ ਜਿਹੜੀ ਵੀ ਸਟਰੀਮ, ਜਿਹੜੀ ਫੀਲਡ ਲਈ ਉਹ ਅਗਰ ਅਪਲਾਈ ਕਰਨਾ ਚਾਹੁੰਦੇ, ਕੋਈ ਐਕਸਪੀਰੀਅੰਸ ਵੀ ਰਿਕੁਆਇਰਡ ਹੈ ਕਿਆ? ਨਹੀਂ, ਇਹਦੇ ਵਿੱਚ ਕੋਈ ਵੀ ਐਕਸਪੀਰੀਅੰਸ ਰਿਕੁਆਇਰਡ ਨਹੀਂ ਹੈ। ਐਕਸਪੀਰੀਅੰਸ ਹੈਗਾ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਤੁਹਾਨੂੰ ਮਿਲੇਗਾ ਫਾਰਮਿੰਗ ਦੇ ਵਿੱਚ ਹੀ ਵੀਜ਼ਾ ਮਿਲੇਗਾ, ਚਾਹੇ ਉਹ ਪਿਗਰੀ ਫਾਰਮ ਹੈ ਜਾਂ ਡੇਰੀ ਫਾਰਮਿੰਗ ਹੈਗੀ ਹੈ, ਤੇ ਇਹਨਾਂ ਦੇ ਵਿੱਚ ਹੀ ਜੇ ਤੁਹਾਨੂੰ ਵੀਜ਼ਾ ਚਾਹੀਦਾ ਹੈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, ਤਾਂ ਹੀ ਤੁਸੀਂ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਕਿਉਂਕਿ ਮੈਂ ਦੇਖੋ ਕੁਝ ਵੀ ਹਿਡਨ ਨਹੀਂ ਰੱਖਣਾ ਚਾਹੁੰਦੀ ਹੈ ਨਾ, ਕਿ ਅਸੀਂ ਕਹਿ ਕੁਝ ਰਹੇ ਹਾਂ ਉੱਥੇ ਜਾ ਕੇ ਤੁਹਾਨੂੰ ਕਿਸੇ ਹੋਰ ਦੇ ਵਿੱਚ ਕੰਮ ਮਿਲ ਰਿਹਾ, ਇਦਾਂ ਦਾ ਕੁਝ ਨਹੀਂ ਹੈ। ਤੁਹਾਨੂੰ ਡੇਰੀ ਫਾਰਮਿੰਗ ਜਾਂ ਪਿਗਰੀ ਫਾਰਮਿੰਗ ਦੇ ਵਿੱਚ ਵੀਜ਼ਾ ਲੈ ਕੇ ਦੇਵਾਂਗੇ। ਸ਼ੈਨਗਨ ਐਂਟਰੀ ਹੋਊਗੀ, ਪ੍ਰੋਪਰ ਵਰਕ ਪਰਮਿਟ ਹੋਊਗਾ, ਐਜ਼ ਲੌਂਗ ਐਜ਼ you want to work over there। ਸੋ ਇਦਾਂ ਦਾ ਕੁਝ ਨਹੀਂ ਹੈਗਾ। ਐਕਸਟੈਂਡੇਬਲ ਵੀਜ਼ਾ ਹੈਗਾ, ਔਨ ਜੌਬ ਟ੍ਰੇਨਿੰਗ ਵੀਜ਼ਾ ਹੈ। ਸੋ ਜਿਹੜੇ ਵੀ ਐਪਲੀਕੈਂਟ ਜਾਣਾ ਚਾਹੁੰਦੇ ਨੇ, ਜਲਦੀ ਤੋਂ ਜਲਦੀ, ਬਹੁਤ ਥੋੜੀਆਂ ਹੁਣ ਐਪਲੀਕੇਸ਼ਨਸ ਰਹਿ ਗਈਆਂ ਨੇ ਸਾਡੇ ਕੋਲ, ਤੁਸੀਂ ਵਿਜ਼ਿਟ ਕਰਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਤੇ ਤੁਹਾਡੇ ਵਿੱਚੋਂ ਵੀ ਅਗਰ ਕੋਈ ਡੈਨਮਾਰਕ ਦੇ ਇਸ ਇੰਟਰਨੈਸ਼ਨਲ ਜੌਬ ਐਕਸਪੀਰੀਅੰਸ ਵੀਜ਼ਾ ਤੇ ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਸਵਾਲ ਹੈ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ,
ਤਾਂ ਜ਼ਰੂਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਵੀ ਕਾਲ ਕਰ ਸਕਦੇ ਹੋ ਤੇ ਵਿਜ਼ਿਟ ਵੀ ਕਰ ਸਕਦੇ ਹੋ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਵਿੱਚ ਜੋ ਹੈ ਸੈਕਟਰ 70 ਮੋਹਾਲੀ ਦੇ ਵਿੱਚ। ਸੋ ਇਸ ਦਾ ਫਾਇਦਾ ਬਹੁਤ ਸਾਰੇ ਜੋ ਲੋਕ ਆ ਹੁਣ ਤੱਕ ਲੈ ਚੁੱਕੇ ਨੇ, ਕਈ ਆਪਣਾ ਵੀਜ਼ਾ ਲਗਵਾ ਕੇ ਜਾ ਵੀ ਚੁੱਕੇ ਨੇ। ਸੋ ਇਸ ਨੂੰ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਤੁਸੀਂ ਇੱਕ ਅੱਛੀ ਗੱਲ ਕਹੀ ਕਿ ਜੋ ਹੁਣ ਸਟੱਡੀ ਤੇ ਨਹੀਂ ਜਾਣਾ ਚਾਹੁੰਦੇ ਹੈ ਨਾ, ਆਇਲਸ ਵੀ ਨਹੀਂ ਕਰ ਪਾਉਂਦੇ, ਉਹਨਾਂ ਲਈ ਇੱਕ ਬੈਸਟ ਆਪਸ਼ਨ ਹੈ। ਤੇ ਇਸ ਦਾ ਪ੍ਰੋਸੈਸਿੰਗ ਟਾਈਮ ਆਪਾਂ ਕਿੰਨਾ ਕੁ ਮੰਨ ਕੇ ਚੱਲੀਏ, ਕਦੋਂ ਅਪਲਾਈ ਕਰਨਗੇ ਤਾਂ ਕਿੰਨੇ ਟਾਈਮ ਬਾਅਦ ਵੀਜ਼ਾ ਲੱਗ ਜਾਏਗਾ? ਦੇਖੋ ਇਹਦਾ ਟੋਟਲ ਪ੍ਰੋਸੈਸਿੰਗ ਟਾਈਮ 45 ਡੇਜ਼ ਦਾ ਹੈਗਾ। 45 ਡੇਜ਼ ਦੇ ਅੰਦਰ ਅੰਦਰ ਸਾਰਾ ਪ੍ਰੋਸੈਸਿੰਗ ਇਹਨਾਂ ਦਾ ਖਤਮ ਹੋ ਜਾਂਦਾ ਹੈ। ਸੋ ਜ਼ਿਆਦਾ ਲੰਬਾ ਪ੍ਰੋਸੈਸ ਨਹੀਂ ਹੈ, ਉਹਨਾਂ ਨੂੰ 45 ਡੇਜ਼ ਤੱਕ ਤਾਂ ਵੇਟ ਕਰਨੀ ਹੀ ਪਊਗੀ। ਸੋ ਸਭ ਤੋਂ ਬੈਸਟ ਆਪਸ਼ਨ ਹੈ ਉਹਨਾਂ ਐਪਲੀਕੈਂਟਸ ਲਈ ਜਿਹੜੇ ਪੜ੍ਹਨ ਨਹੀਂ ਜਾਣਾ ਚਾਹੁੰਦੇ, ਸ਼ੈਨਗਨ ਜਾਣਾ ਚਾਹੁੰਦੇ, ਉਮਰ ਉਹਨਾਂ ਦੀ ਜਿਹੜੀ ਹੈਗੀ ਹੈ 25 ਤੋਂ 30 ਸਾਲ ਜਾਂ 32 ਸਾਲ ਤੱਕ ਹੋ ਚੁੱਕੀ ਹੈ, ਐਜ਼ ਅ ਸਟੂਡੈਂਟ ਨਹੀਂ ਜਾ ਸਕਦੇ, ਆਇਲ ਜ਼ਿਆਦਾ ਨਹੀਂ ਕਰ ਸਕਦੇ। ਸੋ ਇਦਾਂ ਦੇ ਐਪਲੀਕੈਂਟ ਜਿਹੜੇ ਹੈਗੇ ਨੇ ਸਾਡੇ ਕੋਲ ਵਿਜ਼ਿਟ ਕਰ ਸਕਦੇ ਨੇ। ਜੀ ਬਿਲਕੁਲ। ਤੇ ਮੈਂ ਇਸ ਦੇ ਓਵਰਆਲ ਚਲੋ ਡੈਨਮਾਰਕ ਦਾ ਤਾਂ ਕਲੀਅਰ ਹੋ ਗਿਆ, ਪਰ ਮੈਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ, ਕਿਉਂਕਿ ਸਾਨੂੰ ਸਮਾਂ ਹੋਰ ਜ਼ਿਆਦਾ ਹਲੇ ਇਜਾਜ਼ਤ ਨਹੀਂ ਦੇ ਪਾ ਰਹੇ, ਤੇ ਮੈਂ ਇੱਥੇ ਆਸਟ੍ਰੇਲੀਆ ਬਾਰੇ ਇੱਕ ਵਾਰ ਫਿਰ ਤੋਂ ਗੱਲ ਕਰਨਾ ਚਾਹੂੰਗੀ ਕਿ ਸਟੂਡੈਂਟਸ ਨੂੰ ਤੁਸੀਂ ਇਸ ਸਮੇਂ ਤੇ ਕੀ ਸੁਜੈਸਟ ਕਰਦੇ ਹੋ, ਕੀ ਗਾਈਡ ਕਰਦੇ ਹੋ? ਕਿਉਂਕਿ ਟਾਈਮ ਇਸ ਤਰੀਕੇ ਨਾਲ ਹੈ ਕਿ ਇੱਕਦਮ ਬਹੁਤ ਸਾਰੀ ਫਾਈਲਸ ਲੱਗਣਗੀਆਂ। ਕੈਨੇਡਾ ਵਿੱਚ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਫਾਈਲਿੰਗ ਇੰਨਾ ਜ਼ਿਆਦਾ ਹੋਈ ਕਿ ਸਭ ਕੁਝ ਸਟਕ ਹੋ ਗਿਆ ਔਰ ਵੇਟ ਕਰ ਰਹੇ ਨੇ ਸਟੂਡੈਂਟਸ, ਹੈ ਨਾ, ਰਿਜ਼ਲਟ ਨਹੀਂ ਹਲੇ ਆ ਰਹੇ, ਡਿਲੇ ਚੱਲ ਰਹੇ ਨੇ। ਆਸਟ੍ਰੇਲੀਆ ਵਿੱਚ ਸਟੂਡੈਂਟਸ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ, ਕਿਵੇਂ ਸਟੈਪ ਬਾਈ ਸਟੈਪ ਉਹ ਜੋ ਅਪਲਾਈ ਕਰਨ? ਦੇਖੋ ਆਸਟ੍ਰੇਲੀਆ ਵਿੱਚ ਸਟੂਡੈਂਟ ਨੂੰ ਮੈਂ ਇੱਕੋ ਹੀ ਦੇ ਰਹੀ ਹਾਂ ਸਜੈਸ਼ਨਸ ਕਿ ਹੁਣ ਜਿਨ੍ਹਾਂ ਨੇ ਆਸਟ੍ਰੇਲੀਆ ਅਪਲਾਈ ਕਰਨਾ ਹੈ, ਟਾਈਮ ਬਿਲਕੁਲ ਵੇਸਟ ਨਾ ਕਰੋ। ਵਿਦਿਨ ਦਾ 25 ਡੇਜ਼ ਤੁਹਾਨੂੰ ਰਿਜ਼ਲਟ ਵੀ ਮਿਲ ਜਾਣਗੇ। ਜਿਹੜੇ ਰੀਸੈਂਟ ਪਾਸ ਆਊਟ ਬੱਚੇ ਹੈਗੇ ਨੇ, 5.5 ਬੈਂਡ ਹੈਗੇ ਨੇ, ਲੈਵਲ 1 ਦੇ ਵਿੱਚ ਐਡਮਿਸ਼ਨ ਲੈ ਕੇ ਦੇਵਾਂਗੇ। ਦੋਨੋਂ ਆਪਸ਼ਨਸ ਹੈਗੇ ਨੇ, ਤੁਸੀਂ ਫੀਸ ਪਹਿਲਾਂ ਪੇ ਕਰਨੀ ਹੈ ਜਾਂ ਬਾਅਦ ਚੋਂ ਪੇ ਕਰਨੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਫੰਡਸ ਹੈਗੇ ਨੇ ਜਾਂ ਨਹੀਂ ਹੈਗੇ ਨੇ, ਹੱਲੇ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਜ਼ਿਆਦਾ ਵੇਟ ਨਾ ਕਰੋ, ਜ਼ਿਆਦਾ ਤੁਸੀਂ ਹੋਰ ਚੀਜ਼ ਸੋਚਾਂ ਦੇ ਵਿੱਚ ਨਾ ਪਵੋ। ਇਸ ਟਾਈਮ ਵੀਜ਼ਾਸ ਮਿਲ ਰਹੇ ਨੇ, ਜਲਦੀ ਤੋਂ ਜਲਦੀ ਆ ਕੇ ਤੁਸੀਂ ਆਪਣਾ ਅਪਲਾਈ ਕਰੋ ਫਾਈਲ, ਬਿਨਾਂ ਕੁਝ ਵੀ ਸੋਚੇ ਸਮਝੇ, ਜਿਹੜੇ ਐਪਲੀਕੈਂਟਸ ਦਾ ਗੈਪ ਨਹੀਂ ਹੈਗਾ। ਸੋ ਇਹੀ ਐਡਵਾਈਸ ਹੈਗੀ ਕਿ ਜਿਨ੍ਹਾਂ ਦਾ ਹਲੇ ਗੈਪ ਨਹੀਂ ਹੈਗਾ ਜਾਂ ਜਿਹੜੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ, 5.5 ਬੈਂਡ ਹੈਗੇ ਨੇ, ਨਾਟ ਲੈਸ ਦੈਨ 5.5 ਈਚ, ਜਾਂ ਕਿਸੇ ਇੱਕ ਚੋਂ 5 ਹੈਗੇ ਨੇ, ਤੇ ਸਟੂਡੈਂਟ ਜਿਹੜੇ ਨੇ ਜਲਦੀ ਤੋਂ ਜਲਦੀ ਹੁਣ ਆਸਟ੍ਰੇਲੀਆ ਅਪਲਾਈ ਕਰਨ ਕਮਿੰਗ ਇਨਟੇਕ ਵਾਸਤੇ। ਮਾਰਚ ਦਾ ਉਹਨਾਂ ਨੂੰ ਇਨਟੇਕ ਮਿਲੇਗਾ। ਵਿਦਿਨ ਦਾ 25 ਡੇਜ਼ ਜਿਹੜਾ ਐਪਲੀਕੈਂਟਸ ਨੂੰ ਆਪਣਾ ਰਿਵਰਟ ਵੀ ਮਿਲ ਜਾਊਗਾ। ਹੁਣ ਜਿਹੜੇ ਐਪਲੀਕੈਂਟ ਸਾਡੇ ਨਾਲ ਜੁੜੇ ਹੈਗੇ ਨੇ ਉਹ ਜ਼ਰੂਰ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਨ। 9592501501 ਨੰਬਰ ਹੈ। ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈਗੀ, ਪਿਛਲੇ 7-8 ਸਾਲ ਤੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਡੀਲ ਕਰ ਰਹੇ ਹਾਂ। ਕਾਫੀ ਵੀਜ਼ਾਸ ਜਿਹੜੇ ਨੇ ਸਾਡੇ ਆਫਿਸ ਦੇ ਵਿੱਚ ਆ ਚੁੱਕੇ ਨੇ, ਤੁਸੀਂ ਲੱਗੇ ਵੀਜ਼ਾਸ ਦੇਖ ਵੀ ਸਕਦੇ ਹੋ। ਕਿਉਂਕਿ ਦੇਖੋ ਅਸੀਂ ਇਸ ਲਈ ਜ਼ਿਆਦਾ ਜ਼ੋਰ ਪਾ ਕੇ ਤੁਹਾਨੂੰ ਕਹਿ ਰਹੇ ਹਾਂ ਕਿਉਂਕਿ ਸਾਨੂੰ ਇਸ ਟਾਈਮ ਪਤਾ ਹੈ ਅੰਬੈਸੀ ਹੁਣ ਕਿੰਨੇ ਹੱਦ ਤੱਕ ਵੀਜ਼ਾਸ ਦੇ ਰਹੀ ਹੈ, ਕੀ ਸਕਸੈਸ ਰੇਟ ਹੈ, ਔਰ ਅਸੀਂ ਨਹੀਂ ਚਾਹੁੰਦੇ ਕਿ ਸਟੂਡੈਂਟਸ ਆਪਣੀ ਸੋਚ ਦੇ ਵਿੱਚ ਇਹ ਜਿਹੜਾ 골ਡਨ ਟਾਈਮ ਹੈ ਉਹ ਵੇਸਟ ਕਰ ਦੇਣ। ਕਿਉਂਕਿ ਜੇ ਗੈਪ ਜ਼ਿਆਦਾ ਵੱਧ ਜਾਂਦਾ ਹੈ ਜਾਂ ਜਦੋਂ ਰਾਈਟ ਟਾਈਮ ਨਹੀਂ ਹੁੰਦਾ ਅਪਲਾਈ ਕਰਨ ਦਾ, ਉਦੋਂ ਜੇ ਸਟੂਡੈਂਟ ਅਪਲਾਈ ਕਰਦੇ ਨੇ ਤੇ ਰਿਜੈਕਸ਼ਨ ਹੀ ਮਿਲਦੀ ਹੈ। ਤੇ ਥਾਂ ਥਾਂ ਇੱਧਰ ਉੱਧਰ ਘੁੰਮ ਕੇ ਐਡਵਾਈਸ ਲੈਣ ਨਾਲੋਂ ਬੈਟਰ ਹੈ ਸ਼ੋਅ ਤੇ ਆ ਕੇ ਅਸੀਂ ਇੱਕ ਰਿਸਪੌਂਸਿਬਲ ਚੈਨਲ ਤੇ ਅੱਜ ਅਸੀਂ ਆ ਕੇ ਸ਼ੋਅ ਕਰ ਰਹੇ ਹਾਂ, ਤੁਹਾਨੂੰ ਐਡਵਾਈਸ ਦੇ ਰਹੇ ਹਾਂ, ਤੇ ਸਾਡੀ ਜ਼ਰੂਰ ਸੁਣੋ। ਮਾਪਿਓ ਦੇ ਨਾਲ ਆਓ, ਇੱਕ ਵਾਰੀ ਆਫਿਸ ਦੇ ਵਿੱਚ ਆ ਕੇ ਮਿਲੋ। ਸੋ ਜਿਹੜੇ ਐਪਲੀਕੈਂਟ ਸਾਡੇ ਨਾਲ ਜੁੜੇ ਨੇ ਆਲਰੇਡੀ, ਉਹਨਾਂ ਦਾ ਕਾਫੀ ਅੱਛਾ ਐਕਸਪੀਰੀਅੰਸ ਵੀ ਰਿਹਾ, ਤੁਸੀਂ ਮਿਲ ਵੀ ਸਕਦੇ ਹੋ। ਜਿਨ੍ਹਾਂ ਦੇ ਵੀਜ਼ਾਸ ਆਏ ਨੇ ਉਹ ਵੀਜ਼ਾਸ ਦੇਖ ਵੀ ਸਕਦੇ ਹੋ। ਸ਼ੋਅ ਦੇ ਵਿੱਚ ਅਸੀਂ ਕੁਝ ਐਪਲੀਕੈਂਟਸ ਦੇ ਨਾਲ ਤੁਹਾਨੂੰ ਮਿਲਵਾਵਾਂਗੇ, ਤੁਸੀਂ ਸੁਣ ਸਕਦੇ ਹੋ ਇਹਨਾਂ ਦੀ ਸਕਸੈਸ ਸਟੋਰੀ, ਇਹਨਾਂ ਦੀ ਹੀ ਜ਼ੁਬਾਨੀ। ਸੋ ਸਟਾਰ ਫਿਊਚਰ ਇਮੀਗ੍ਰੇਸ਼ਨ 2 ਆਪਸ਼ਨਸ ਅੱਜ ਸ਼ੋਅ ਦੇ ਵਿੱਚ ਲੈ ਕੇ ਆਇਆ ਹੈ, ਵਿਦ ਆਇਲਸ 5.5 ਬੈਂਡ, ਨਾਟ ਲੈਸ ਦੈਨ 5.5 ਔਰ 5 ਈਚ, ਜਾਂ ਓਵਰਆਲ 6। ਕੈਨੇਡਾ ਰਿਫਿਊਜ਼ ਬੱਚਾ ਹੈਗਾ, ਆਸਟ੍ਰੇਲੀਆ ਜਾਣਾ ਚਾਹੁੰਦਾ, ਅਪਲਾਈ ਕਰ ਸਕਦਾ। ਇਸ ਤੋਂ ਇਲਾਵਾ ਜਿਹੜੇ 25 ਸਾਲ ਤੋਂ ਉੱਪਰ ਹੋ ਚੁੱਕੇ ਨੇ, ਗੈਪ ਬਹੁਤ ਜ਼ਿਆਦਾ ਵੱਧ ਗਿਆ ਹੈ, ਜ਼ਿਆਦਾ ਆਇਲਸ ਨਹੀਂ ਕਰ ਸਕਦੇ, ਜ਼ਿਆਦਾ ਸਕੋਰ ਨਹੀਂ ਲੈ ਸਕਦੇ, ਉਹ ਡੈਨਮਾਰਕ ਜਿਹੜਾ ਹੈਗਾ ਹੈ ਔਨ ਜੌਬ ਟ੍ਰੇਨਿੰਗ ਵੀਜ਼ਾ ਤੇ ਜਾ ਸਕਦੇ ਨੇ, ਪੈਸੇ ਉੱਥੇ ਵੀਜ਼ੇ ਤੋਂ ਬਾਅਦ ਦੇ ਸਕਦੇ ਨੇ। ਇੱਦਾਂ ਦੇ ਇੱਕ ਵਧੀਆ ਆਪਸ਼ਨਸ ਅਸੀਂ ਅੱਜ ਸ਼ੋਅ ਦੇ ਵਿੱਚ ਲੈ ਕੇ ਆਏ, ਜਿਸ 'ਚ ਤੁਹਾਡਾ ਫਿਊਚਰ ਬਣੇਗਾ, ਰਿਜੈਕਸ਼ਨਸ ਨਹੀਂ ਆਉਣਗੀਆਂ। ਕੋਈ ਫਾਇਦਾ ਨਹੀਂ ਹੈ ਕਿ ਤੁਹਾਨੂੰ ਗਲਤ ਐਡਵਾਈਸ ਕਰਕੇ ਇੱਧਰ ਉੱਧਰ ਅਪਲਾਈ ਕਰਵਾ ਰਹੇ ਨੇ ਫਾਈਲ ਸਿਰਫ ਆਪਣੇ ਕੰਸਲਟੈਂਸੀ ਫੀਸ ਦੇ ਲਈ, ਔਰ ਤੁਹਾਡਾ ਹੀ ਫਿਊਚਰ ਖਰਾਬ ਹੋਊਗਾ। ਔਰ ਇੱਕ ਗੱਲ ਹੋਰ ਜਾਂਦੇ ਜਾਂਦੇ ਕਹਾਂ, ਸਟਾਰ ਫਿਊਚਰ ਇਮੀਗ੍ਰੇਸ਼ਨ ਦੀ ਕੋਈ ਕੰਸਲਟੈਂਸੀ ਚਾਰजेस ਨਹੀਂ ਹੈਗੇ ਨੇ, ਨਾ ਵੀਜ਼ੇ ਤੋਂ ਪਹਿਲਾਂ ਨਾ ਵੀਜ਼ੇ ਤੋਂ ਬਾਅਦ। ਤੁਸੀਂ ਆਫਿਸ ਆ ਕੇ ਮਿਲ ਸਕਦੇ ਹੋ। ਆਫਰ ਲੈਟਰ ਅਪਲਾਈ ਕਰਾਉਣ ਦੇ ਵੀ ਕੋਈ ਕੰਸਲਟੈਂਸੀ ਚਾਰजेस ਨਹੀਂ ਹੈਗੇ। ਜੀ ਬਿਲਕੁਲ। ਤੇ ਹੁਣ ਜ਼ਰੂਰ ਇੱਕ ਵਾਰੀ ਤੁਹਾਨੂੰ ਮਿਲਵਾਉਂਦੇ ਆ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਆਪਣੀ ਫਾਈਲ ਜੋ ਹੈ ਪ੍ਰੋਸੈਸ ਕਰਵਾਈ ਸੀ, ਵੀਜ਼ਾਸ ਉਹਨਾਂ ਦੇ ਸਕਸੈਸਫੁਲੀ ਆ ਚੁੱਕੇ ਨੇ, ਉਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ, ਸੁਣਦੇ ਆ ਉਹਨਾਂ ਦੀ ਹੀ ਜ਼ੁਬਾਨੀ। ਠੀਕ ਹੈ, ਮੇਰਾ ਨਾਮ ਗੁਲਸ਼ਨ ਸਿੰਘ ਹੈ। ਮੈਂ +2 ਤੋਂ ਬਾਅਦ ਪੀਟੀ ਕਰੀ ਸੀ, ਮੇਰੇ 5.5 ਸੀ ਟੋਟਲ ਸਕੋਰ, ਤੇ ਮੈਂ ਬਹੁਤ ਪਰੇਸ਼ਾਨ ਸੀ, ਮੇਰੀ ਫਾਈਲ ਕੋਈ ਵੀ ਚੈਂਟਰ ਨਹੀਂ ਲੈ ਰਿਹਾ ਸੀ। तो मैं सुने स्टार फ्यूचर एजुकेशन तो अप्लाई करा तो मैंने बहुत ही जल्दी मेरा रिजल्ट मिले तो अज मैं वीज़ा मिल गया, मैंने बहुत ज़्यादा खुशी है। थैंक यू सो मच सारे स्टाफ का। धन्यवाद करते हैं जी स्टार फ्यूचर का
ਜੋ ਸੈਂਟਰ ਵਾਲਿਆਂ ਨੇ ਮੁਹੱਲੀ ਵਾਲਿਆਂ ਨੇ ਸਾਡਾ ਵੀਜ਼ਾ ਲਾਇਆ। ਬੱਚੇ ਦੇ ਬਹੁਤ ਬੈਂਡ ਵੀ ਠੀਕ ਠੀਕ ਸੀਗੇ, ਪੇਂਡੂ ਸੀ ਅਸੀਂ, ਪਤਾ ਨਹੀਂ ਸੀ, ਇਹਨਾਂ ਨੇ ਸਾਨੂੰ ਵਧੀਆ ਰਿਜ਼ਲਟ ਦਿੱਤਾ, ਸੇਧ ਦਿੱਤੀ। ਅਸੀਂ ਸਾਰੇ ਸਟਾਫ ਦਾ ਧੰਨਵਾਦ ਕਰਦੇ ਹਾਂ ਅਤੇ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਜੋ ਵੀ ਵੀਰ ਸੁਣਦੇ ਨੇ ਵੀ ਇਹਨਾਂ ਦਾ ਸੁੱਚਾ ਕੰਮ ਹੈ, ਆਪਣਾ ਫਾਈਲ ਅੱਗੇ ਵਾਸਤੇ ਵੀ ਜੋ ਕੋਈ ਲਵਾ ਸਕਦਾ ਹੈ। ਜਿਨ੍ਹਾਂ ਦੇ ਪੀਟੀ ਦੇ ਵਿੱਚੋਂ 5.5 ਬੈਂਡ ਸੀਗੇ ਤੇ ਇੰਗਲਿਸ਼ ਦੇ ਵਿੱਚੋਂ ਵੀ +2 ਦੇ ਵਿੱਚੋਂ 50% ਤੋਂ ਉੱਪਰ ਨੰਬਰ ਨੇ, ਪਰ ਸਾਨੂੰ ਬਹੁਤ ਸਾਰੇ ਜਿਹੜੇ ਇਹ ਏਜੰਟ ਸੀਗੇ ਉਹਨਾਂ ਨੇ ਸਾਨੂੰ ਇਗਨੋਰ ਕੀਤਾ ਕਿ ਤੁਹਾਡੀ ਜਿਹੜੀ ਫਾਈਲ ਆ ਨਹੀਂ ਲੱਗਦੀ। ਪਰ ਅਸੀਂ ਬੜੇ ਧੰਨਵਾਦੀ ਹਾਂ ਸਟਾਰ ਫਿਊਚਰ ਮੋਹਾਲੀ ਵਾਲਿਆਂ ਦੇ, ਜਿਨ੍ਹਾਂ ਨੇ ਸਾਨੂੰ ਪਹਿਲਾਂ ਹੀ ਵਿਸ਼ਵਾਸ ਦਿਵਾਤਾ ਸੀ ਕਿ ਤੁਹਾਡਾ ਜਿਹੜਾ ਵੀਜ਼ਾ 100% ਹੋਊਗਾ। ਪਰ ਸਾਨੂੰ ਇਹ ਗੱਲ ਦੀ ਜਿਹੜੀ ਸੀਗੀ ਉਹ ਸਾਨੂੰ ਮਤਲਬ ਇਹ ਉਮੀਦ ਨਹੀਂ ਸੀਗੀ, ਸਾਨੂੰ ਇਹ ਯਕੀਨ ਨਹੀਂ ਆ ਰਿਹਾ ਸੀਗਾ ਕਿ ਜਿਹੜਾ ਸਾਡਾ ਵੀਜ਼ਾ ਇੰਨਾ ਛੇਤੀ ਇਹ ਆਜੂ। ਸੋ ਅਸੀਂ ਬੜੇ ਇਹਨਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਜੋ ਕਿਹਾ ਉਹੀ ਕੀਤਾ। मेरा नाम तलन है। मैंने स्टार फ्यूचर एजुकेशन इमिग्रेशन से अपना वीज़ा अप्लाई किया था। विद इन 3 to 4 मंथ के अंदर इन्होंने मेरा वीज़ा लगवा दिया। मैं इनकी सर्विस से बहुत खुश हूँ। थैंक यू सो मच। मेरा नाम होशनप्रीत सिंह है। मैं अपना ਵੀਜ਼ਾ ਜਿਹੜਾ ਹੈਗਾ ਆਪਣਾ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਤੋਂ ਅਪਲਾਈ ਕੀਤਾ ਸੀ। ਮੈਨੂੰ 3 ਤੋਂ 4 ਮਹੀਨੇ ਦੇ ਵਿੱਚ ਮੇਰਾ ਵੀਜ਼ਾ ਮਿਲ ਗਿਆ ਤੇ ਮੈਂ ਇਹਨਾਂ ਦੀ ਸਰਵਿਸ ਤੋਂ ਬਹੁਤ ਸੈਟੀਸਫਾਈ ਹਾਂ। ਮੈਨੂੰ ਬਹੁਤ ਵਧੀਆ ਸਰਵਿਸ ਲੱਗੀ ਇਹਨਾਂ ਦੀ, ਠੀਕ ਹੈ, ਤੇ ਟਾਈਮ ਟੂ ਟਾਈਮ ਮੈਨੂੰ ਗਾਈਡ ਕਰਦੇ ਰਹੇ। थैंक यू। मेरा नाम नीरज है एंड मैंने स्टार फ्यूचर एंड इमिग्रेशन से अपना वीज़ा अप्लाई किया था। विद इन 2 and 3 मंथ्स में मेरे को मेरा वीज़ा मिल गया एंड इनकी सर्विसेज बहुत अच्छी हैं। ਸੋ ਤੁਸੀਂ ਇਹਨਾਂ ਦਾ ਐਕਸਪੀਰੀਅੰਸ ਸੁਣ ਚੁੱਕੇ ਹੋ ਕਿ ਕਿਸ ਤਰੀਕੇ ਨਾਲ ਉਹ ਸਟਾਰ ਫਿਊਚਰ ਦੀ ਗਾਈਡੈਂਸ ਤੇ ਚੱਲੇ ਤੇ ਅੱਜ ਉਹਨਾਂ ਦੇ ਵੀਜ਼ਾਸ ਆ ਚੁੱਕੇ ਨੇ, ਉਹ ਖੁਸ਼ ਨੇ। ਤੁਹਾਡੇ ਵੀ ਵੀਜ਼ਾਸ ਆ ਸਕਦੇ ਨੇ ਜੇਕਰ ਤੁਸੀਂ ਸਹੀ ਤਰੀਕੇ ਨਾਲ ਸਹੀ ਪ੍ਰੋਸੈਸ ਕਰਕੇ ਆਪਣੀ ਫਾਈਲ ਦੇ ਉੱਪਰ ਕੰਮ ਕਰਦੇ ਹੋ। ਤਾਂ ਉਮੀਦ ਕਰਦੇ ਹਾਂ ਇਸ ਪ੍ਰੋਗਰਾਮ ਵਿੱਚ ਜਿੰਨੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਆ ਤੁਸੀਂ ਇਸ ਦਾ ਫਾਇਦਾ ਜ਼ਰੂਰ ਚੱਕਦੇ ਰਹੋ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।